ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਖਬਰਾਂ, ਕੁਝ ਗੱਲਾਂ ਬਾਤਾਂ, ਕੁਝ ਮਾਮਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਇੱਕ ਮਾਮਲਾ ਅੱਜ ਤੁਹਾਡੇ ਨਾਲ ਇਹ ਸਾਂਝਾ ਕਰਨਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰਾਂ ਦੀ ਬਹੁਤ ਘਾਟ ਆ, ਫੈਮਿਲੀ ਡਾਕਟਰ ਮਿਲ ਨਹੀਂ ਰਹੇ। ਲਗਭਗ 8-10 ਲੱਖ ਬੰਦਾ ਬਿਨਾਂ ਫੈਮਿਲੀ ਡਾਕਟਰ ਤੋਂ ਇੱਥੇ ਹੈਗਾ। ਕੀ ਮਾਮਲਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਚੀਨ ਦੇ ਵਿੱਚ ਕੋਵਿਡ ਦੀਆਂ ਪਾਬੰਦੀਆਂ ਫੇਰ ਲੱਗੀਆਂ, ਸਖਤ ਹੋ ਗਈਆਂ, ਜਿਹਦਾ ਅਸਰ ਪੂਰੀ ਦੁਨੀਆ ਦੇ ਉੱਤੇ ਪੈ ਰਿਹਾ। ਇਹਦੇ ਬਾਰੇ ਗੱਲਬਾਤ ਕਰਾਂਗੇ। ਵਾਤਾਵਰਨ ਵਿੱਚ ਤਬਦੀਲੀਆਂ ਦੇ ਕਈ ਮਾਰੂ ਅਸਰ ਸਾਹਮਣੇ ਆ ਰਹੇ ਆ। ਨਵੇਂ ਵਾਇਰਸ ਕਹਿੰਦੇ ਬਹੁਤ ਸਾਰੇ ਹੋਰ ਪੈਦਾ ਹੋ ਸਕਦੇ ਵਾਤਾਵਰਨ ਦੀ ਤਬਦੀਲੀ ਦੇ ਨਾਲ। ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਫੇਰ ਚਰਚਾ ਦੇ ਵਿੱਚ ਆ। ਘਰਾਂ ਦੀ ਮਾਰਕੀਟ ਠੰਡੀ ਹੋ ਰਹੀ ਆ, ਪਰ ਕੀ ਇੰਨੀ ਠੰਡੀ ਹੋ ਗਈ ਆ ਕਿ ਆਮ ਬੰਦੇ ਦੇ ਵੱਸ ਵਿੱਚ ਘਰ ਆ ਗਏ ਆ? ਇਹਦੇ ਬਾਰੇ ਗੱਲਬਾਤ ਕਰਾਂਗੇ। ਵੈਨਕੂਵਰ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਆ ਗੋਲੀ ਦੇ ਨਾਲ। CCTV ਕੈਮਰੇ ਵੈਨਕੂਵਰ ਵਿੱਚ ਲਾਉਣ ਦੀ ਗੱਲਬਾਤ ਚੱਲ ਰਹੀ ਸੀ, ਨਹੀਂ ਲੱਗਣਗੇ ਤੇ ਵੈਨਕੂਵਰ ਦੇ ਵਿੱਚ ਘਰਾਂ ਦੇ ਉੱਤੇ ਖਾਲੀ ਟੈਕਸ, ਜਿਹੜੇ ਖਾਲੀ ਘਰ ਆ ਉਹਨਾਂ ਦੇ ਉੱਤੇ ਟੈਕਸ ਹੋਰ ਜ਼ਿਆਦਾ ਵੱਧ ਗਿਆ। ਮਾਮਲਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰਾਂ ਦੀ ਘਾਟ ਦਾ। ਇੱਥੇ ਸਾਰੇ ਲੋਕਾਂ ਕੋਲ ਫੈਮਿਲੀ ਡਾਕਟਰ ਨਹੀਂ ਆ। ਲਗਭਗ 1 ਮਿਲੀਅਨ ਲੋਕ ਬਿਨਾਂ ਫੈਮਿਲੀ ਡਾਕਟਰ ਤੋਂ ਨੇ ਤੇ ਇੱਥੇ ਬਹੁਤ ਅਸੰਭਵ ਹੋਇਆ ਪਿਆ ਫੈਮਿਲੀ ਡਾਕਟਰ ਨੂੰ ਲੱਭਣਾ। ਮਾਮਲਾ ਕੀ ਆ? ਫੈਮਿਲੀ ਡਾਕਟਰ ਕਿਉਂ ਨਹੀਂ ਮਿਲ ਰਿਹਾ? ਡਾਕਟਰ ਕਿਉਂ ਨਹੀਂ ਆ ਰਿਹਾ? ਇਹਦੇ ਬਾਰੇ ਕਈ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ। ਇਹ ਵੀ ਪਤਾ ਲੱਗ ਰਿਹਾ ਕਿ ਕੁਛ ਦਹਾਕੇ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਦੋਂ ਉਸ ਵੇਲੇ ਵੀ NDP ਸਰਕਾਰ ਸੀਗੀ ਤਾਂ ਮਾਮਲਾ ਉਲਟਾ ਸੀ। ਮਾਮਲਾ ਉਲਟਾ ਇਹ ਸੀ ਕਿ ਫੈਮਿਲੀ ਡਾਕਟਰ ਜ਼ਿਆਦਾ ਸੀ, ਮਰੀਜ਼ ਉਹਨੇ ਨਹੀਂ ਸੀ। ਇੱਦਾਂ ਦੇ ਕਾਨੂੰਨ ਲਿਆਂਦੇ ਗਏ ਸੀ ਜਿਹਦੇ ਨਾਲ ਫੈਮਿਲੀ ਡਾਕਟਰਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾ ਸਕੇ। ਭਾਵ ਬਾਹਰਲੇ ਡਾਕਟਰ ਇੱਥੇ ਪ੍ਰੈਕਟਿਸ ਨਹੀਂ ਕਰ ਸਕਦੇ, ਜਿਹੜੇ ਕਿਤੇ ਹੋਰ ਕੋਰਸ ਕਰਦੇ ਇੱਥੇ ਵਾਲਿਆਂ ਨੂੰ ਬਾਹਰ ਜਾਣਾ, ਉਹ ਨਿਯਮ ਬਣਾਏ ਜਾ ਰਹੇ ਸੀ ਜਿਹਦੇ ਨਾਲ ਫੈਮਿਲੀ ਡਾਕਟਰ ਘਟਣ। ਕਿਉਂਕਿ ਫੈਮਿਲੀ ਡਾਕਟਰ ਜ਼ਿਆਦਾ ਸੀ, ਮਰੀਜ਼ ਘੱਟ ਸੀ। ਉਹਨਾਂ ਦਾ ਉਨੇ ਮਰੀਜ਼ ਹਰ ਇੱਕ ਕੋਲ ਜਿੰਨੇ ਉਹ ਦੇਖ ਸਕਦਾ ਸੀ ਉਨੇ ਵੀ ਉਹਨਾਂ ਦੇ ਕੋਲ ਨਹੀਂ ਆਉਂਦੇ ਸੀ। ਹੁਣ ਇਸ ਵੇਲੇ ਹਾਲਤ ਜਿਹੜੀ ਉਲਟੀ ਹੋਈ ਪਈ ਆ ਤੇ ਇਸ ਵੇਲੇ ਮਰੀਜ਼ ਜਿਹੜੇ ਜ਼ਿਆਦਾ ਨੇ, ਫੈਮਿਲੀ ਡਾਕਟਰ ਲੱਭ ਹੀ ਨਹੀਂ ਰਹੇ। ਬਹੁਤੇ ਰਿਟਾਇਰਮੈਂਟ ਦੇ ਨੇੜੇ ਨੇ। ਕਾਰਨ ਕੀ ਆ? ਇਹਦੇ 2-3 ਕਾਰਨ ਇਸ ਵੇਲੇ ਸਾਹਮਣੇ ਆ ਰਹੇ ਆ ਕਿ ਮਿਸਮੈਚ ਆ ਹੈਲਥ ਕੇਅਰ ਪ੍ਰੋਫੈਸ਼ਨਲ ਦੇ ਵਿੱਚ ਤੇ ਉੱਥੋਂ ਦੀ ਹਾਲਾਤ ਆ। ਫੈਮਿਲੀ ਡਾਕਟਰ ਜਿੰਨੇ ਇੱਥੇ ਚਾਹੀਦੇ ਆ ਉਹਦੇ ਤੋਂ ਘੱਟ ਨੇ, ਕਿਉਂਕਿ ਇੱਕ ਤਾਂ ਜਿਹੜੇ ਇੱਥੋਂ ਕੋਰਸ ਕਰਦੇ ਆ ਉਹ ਫੈਮਿਲੀ ਫਿਜ਼ੀਸ਼ੀਅਨ ਬਣਨ ਦੇ ਵੱਲ ਰੋਚਿਤ ਨਹੀਂ ਆ। ਜਾਂ ਤਾਂ ਉਹ ਸਪੈਸ਼ਲਿਸਟ ਬਣਨ ਵੱਲ ਜਾਂਦੇ ਆ ਜਾਂ ਇੱਥੇ ਨਹੀਂ ਰਹਿੰਦੇ। ਦੂਜਾ ਕਾਰਨ ਇਹਦਾ ਇਹ ਆ ਕਿ ਜਿਹੜੀ ਇੱਕ ਐਡਮਿਨਿਸਟ੍ਰੇਟਿਵ ਵਰਕ ਉਹਨਾਂ ਨੂੰ ਜਿੰਨਾ ਜ਼ਿਆਦਾ ਕਰਨਾ ਪੈਂਦਾ ਆਪਣੇ ਕਲੀਨਿਕ ਨੂੰ ਚਲਾਉਣ ਦੇ ਨਾਲ ਨਾਲ, ਉਹ ਇੰਨਾ ਜ਼ਿਆਦਾ ਆ ਕਿ ਬਹੁਤੇ ਨਵੇਂ ਬਣੇ ਡਾਕਟਰ ਉਸ ਚੀਜ਼ ਤੋਂ ਪਰੇ ਜਾਂਦੇ ਆ। ਫੈਮਿਲੀ ਡਾਕਟਰ ਦਾ ਮਤਲਬ ਆ ਕਿ ਉਹ ਇਸ ਕੰਮ ਨੂੰ ਆਪਣੇ ਇੱਕ ਬਿਜ਼ਨਸ ਦੀ ਤਰ੍ਹਾਂ ਚਲਾਉਂਦੇ ਆ। ਐਡਮਿਨਿਸਟ੍ਰੇਟਿਵ ਵਰਕ, ਕਾਗਜ਼ ਪੱਤਰ ਸਾਹਮਣੇ ਰੱਖਣੇ, ਕਿੰਨੇ ਮਰੀਜ਼ ਦੇਖੇ ਆ ਉਹਨਾਂ ਦੀ, ਉਸ ਮਰੀਜ਼ਾਂ ਦੀ ਹਿਸਾਬ ਨਾਲ ਫੀਸ ਤੇ ਉਹ ਉਹਨਾਂ ਨੂੰ ਸਰਕਾਰ ਤੋਂ ਪੈਸੇ ਮਿਲਣੇ ਆ, ਡਾਲਰ ਮਿਲਣੇ ਆ। ਉਹ ਕੰਮ ਕਰ ਇੰਨਾ ਜ਼ਿਆਦਾ ਆ ਕਿ ਇਸ ਪਾਸੇ ਪੈਣ ਨੂੰ ਕੋਈ ਰਾਜੀ ਨਹੀਂ। ਇੱਕ ਮਰੀਜ਼ ਦੇ ਇੱਕ ਡਾਕਟਰ ਨੂੰ $30 ਪਰ ਪੇਸ਼ੈਂਟ ਮਿਲਦੇ ਆ ਤੇ ਫਿਰ ਉਹਦੇ ਲਈ ਉਹਨੂੰ ਸਟਾਫ ਚਾਹੀਦਾ, ਫਿਰ ਉਹਦੇ ਲਈ ਆਫਿਸ ਸਪੇਸ ਚਾਹੀਦੀ ਆ ਤੇ ਫਿਰ ਉਹਨੂੰ ਹੋਰ ਦੂਜੀਆਂ ਫੀਸ ਦੇਣੀਆਂ ਪੈਂਦੀਆਂ। ਨਹੀਂ ਕਰਨਾ ਚਾਹੁੰਦੇ ਬਹੁਤੇ ਡਾਕਟਰ ਇੱਧਰੋਂ ਉੱਧਰ ਚਲੇ ਜਾਂਦੇ ਆ। ਆਫਿਸ ਦੇ ਰੈਂਟ ਬਹੁਤ ਜ਼ਿਆਦਾ ਆ, ਹਾਊਸਿੰਗ ਦੀ ਕਾਸਟ ਬਹੁਤ ਜ਼ਿਆਦਾ ਆ ਤੇ 1990 ਤੋਂ ਬਾਅਦ ਇਹ ਸਾਰਾ ਕੁਛ ਬਹੁਤ ਬੁਰੀ ਤਰ੍ਹਾਂ ਵਧਿਆ ਆ। ਯੂਨੀਵਰਸਿਟੀ ਦੀਆਂ ਟਿਊਸ਼ਨ ਫੀਸ ਵਧੀਆਂ ਨੇ। ਇੱਥੋਂ ਦੇ ਜਿਹੜੇ ਮੈਡੀਕਲ ਸਕੂਲ ਨੇ ਉਹਨਾਂ ਦੇ ਵਿੱਚੋਂ ਜਿਹੜੇ ਵਿਦਿਆਰਥੀ ਨਿਕਲ ਰਹੇ ਨੇ ਉਹ ਇਹਦੇ ਲਈ ਇਸ ਪਾਸੇ ਆਉਣ ਦੇ ਵਿੱਚ ਰੋਚਿਤ ਨਹੀਂ ਆ। ਤੇ ਜਿਹੜੀ ਇਸ ਵੇਲੇ ਇਨਫਲੇਸ਼ਨ ਆ ਇੱਥੇ ਜਿੰਨੀ ਜ਼ਿਆਦਾ ਵਧੀ ਆ, ਉਹ ਵੀ ਇੱਕ ਵੱਡਾ ਕਾਰਨ ਇਹ ਸਾਰੇ ਕੁਛ ਦੇ ਵਿੱਚ ਬਣ ਰਹੀ ਆ ਕਿ ਫੈਮਿਲੀ ਡਾਕਟਰ ਜਿਹੜੇ ਰਿਟਾਇਰ ਹੋ ਗਏ ਆ ਉਹਨਾਂ ਤੋਂ ਅਗਲੇ ਭਰਨ ਦੇ ਲਈ ਤਿਆਰ ਨਹੀਂ ਆ। ਤੇ ਦੱਸਿਆ ਜਾ ਰਿਹਾ ਕਿ 1 ਮਿਲੀਅਨ ਦੇ ਨੇੜੇ, ਜੇਕਰ 5 ਮਿਲੀਅਨ ਇੱਥੇ ਦੀ ਬ੍ਰਿਟਿਸ਼ ਕੋਲੰਬੀਆ ਦੀ ਪਾਪੂਲੇਸ਼ਨ ਆ ਤਾਂ ਉਹਦੇ ਵਿੱਚ 1 ਮਿਲੀਅਨ ਦੇ ਕਰੀਬ ਇਹੋ ਜਿਹੇ ਲੋਕ ਆ ਜਿਨ੍ਹਾਂ ਕੋਲੇ ਫੈਮਿਲੀ ਡਾਕਟਰ ਹੀ ਨਹੀਂ ਆ। ਤੇ ਦੂਜੀ ਗੱਲ ਇੱਥੇ ਖਾਸ ਤੌਰ ਦੇ ਉੱਤੇ ਇਹ ਆ ਕਿ ਜਿਹੜੀ ਵੇਟ ਟਾਈਮ ਆ ਲੋਕਾਂ ਦਾ ਉਹ ਬਹੁਤ ਵੱਧਦਾ ਜਾ ਰਿਹਾ। ਔਰ ਕਿਹਾ ਇਹ ਜਾ ਰਿਹਾ ਕਿ ਹੁਣ ਘੱਟੋ ਘੱਟ ਪੂਰੇ ਹੈਲਥ ਕੇਅਰ ਸਿਸਟਮ ਨੂੰ ਓਵਰਹਾਲ ਕਰਨ ਦੀ ਲੋੜ ਆ। ਹੈਲਥ ਮਿਨਿਸਟਰ ਐਂਡਰਨ ਡਿਕਸ ਨੂੰ ਵੀ ਕਿਹਾ ਸੀ ਕਿ ਉਹ ਵੀ ਇਹ ਗੱਲਬਾਤ ਕਰ ਰਹੇ ਆ ਕਿ ਇਹਨੂੰ ਕੁਛ ਨਾ ਕੁਛ ਇਹਦਾ ਹੱਲ ਕੀਤਾ ਜਾਵੇ ਤਾਂ ਕਿ ਸਾਰੇ ਲੋਕਾਂ ਦੇ ਕੋਲ ਹੈ ਜਿਹੜਾ ਫੈਮਿਲੀ ਫਿਜ਼ੀਸ਼ੀਅਨ ਆ ਹੋਵੇ ਜਿਹਦੇ ਕੋਲ ਜਾ ਕੇ ਉਹ ਆਪਣੀ ਸਮੱਸਿਆ ਦੱਸ ਸਕਣ। ਪਰ ਇਹ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਤੱਕ ਲੱਗਦਾ ਨਹੀਂ ਕਿ ਹੱਲ ਹੋਊਗੀ। ਜਾਂ ਤਾਂ ਉਹ ਚੀਜ਼ਾਂ ਜਿਹੜੀਆਂ ਇੱਥੇ ਫੈਮਿਲੀ ਡਾਕਟਰਸ ਦੀ ਗਿਣਤੀ ਨੂੰ ਘਟਾਉਣ ਦੇ ਲਈ ਕੀਤੀਆਂ ਗਈਆਂ ਸੀ ਕਿ ਇਹਨਾਂ ਦਾ ਫੈਮਿਲੀ ਫਿਜ਼ੀਸ਼ੀਅਨ ਦਾ ਜਿਹੜਾ ਗਿਣਤੀ ਆ 1993 ਤੋਂ ਲੈ ਕੇ 2000 ਤੱਕ ਘਟੀ ਆ ਤੇ ਘਟਾਉਣ ਦੇ ਲਈ ਖਾਸ ਤੌਰ ਤੇ ਯਤਨ ਕਰਨੇ ਪਏ ਆ। ਕਿਉਂਕਿ ਉਸ ਵੇਲੇ 1990 ਤੋਂ 94 ਦੇ ਵਿੱਚ ਬਹੁਤ ਜ਼ਿਆਦਾ ਇੱਥੇ ਡਾਕਟਰ ਸੀਗੇ ਤੇ BC ਡਾਕਟਰਸ ਜਿਹੜੇ ਆ
ਉਹ ਹੁਣ ਬਾਅਦ ਦੇ ਵਿੱਚ ਕਿਉਂਕਿ ਸਪੈਸ਼ਲਿਸਟ ਵਾਲੇ ਪਾਸੇ ਜਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ, ਤੇ ਫੀ ਫॉर ਸਰਵਿਸ ਸਿਸਟਮ ਆ ਜਿਹੜਾ ਉਹਨੂੰ ਵੀ ਓਵਰਹਾਲ ਕਰਨ ਦੀ ਲੋੜ ਆ। ਇਸ ਵੇਲੇ ਕੈਮਲੂਪਸ ਦੇ ਵਿੱਚ ਇੱਕ ਡਾਕਟਰ ਨੇ ਲੈਟਰ ਵੀ ਲਿਖਿਆ ਜਿਹਦੇ ਵਿੱਚ ਉਹਨੇ ਦੱਸਿਆ ਕਿ ਮੈਂ 30 ਸਾਲ ਤੋਂ ਇੱਥੇ ਪ੍ਰੈਕਟਿਸ ਕਰ ਰਿਹਾ ਤੇ ਅੱਜ ਦੀ ਹਾਲਾਤ ਜਿਹੜੀ ਆ ਇਹ ਹਾਲਾਤ ਮਾੜੇ ਨੇ ਤੇ ਇਹਦੇ ਬਾਰੇ BC ਦੇ ਪੂਰੇ ਮੈਡੀਕਲ ਸਿਸਟਮ ਨੂੰ ਓਵਰਹਾਲ ਕਰਨ ਦੀ ਲੋੜ ਆ ਤੇ ਉਹ ਹੁਣ ਸਾਰੇ ਕਾਨੂੰਨ ਉਹ ਸਾਰੀਆਂ ਗੱਲਾਂ ਬਾਤਾਂ ਲਿਆਉਣੀਆਂ ਚਾਹੀਦੀਆਂ ਜਿਹਦੇ ਨਾਲ ਫੈਮਿਲੀ ਫਿਜ਼ੀਸ਼ੀਅਨ ਇੱਥੇ ਜ਼ਿਆਦਾ ਹੋਣ। UBC ਦਾ ਮੈਡੀਕਲ ਪ੍ਰੋਗਰਾਮ ਆ ਉਹਦੇ ਵੀ ਕੈਂਪਸ ਨੇ ਵੈਨਕੂਵਰ ਆਈਲੈਂਡ ਦੇ ਵਿੱਚ, ਪ੍ਰਿੰਸ ਜਾਰਜ ਦੇ ਵਿੱਚ, ਕਲੋਨਾ ਦੇ ਵਿੱਚ। ਜਿਹੜੇ BC ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨ ਵੀ ਇਹ ਗੱਲਬਾਤ ਕਹਿ ਰਹੇ ਆ ਜਿਹੜੇ ਗ੍ਰੈਜੂਏਟਸ ਨੇ ਉਹ ਇੱਥੇ ਬਾਹਰ ਜਾਣਾ ਜ਼ਿਆਦਾ ਪਸੰਦ ਕਰਦੇ ਆ। ਉਹਨਾਂ ਨੂੰ ਲੱਗਦਾ ਨਹੀਂ ਕਿ ਇੱਥੇ ਉਹਨਾਂ ਨੂੰ ਸਪੋਰਟ ਹੈਗੀ ਆ ਇੱਥੇ ਰਹਿਣ ਦੇ ਲਈ ਤਾਂ ਕਿ ਉਹ ਆਪਣਾ ਕਲੀਨਿਕ, ਆਪਣਾ ਜਿਹੜਾ ਆਫਿਸ ਆ, ਆਪਣਾ ਜਿਹੜਾ ਬਿਜ਼ਨਸ ਆ ਉਹਨੂੰ ਚੰਗੀ ਤਰ੍ਹਾਂ ਚਲਾ ਸਕਣ। ਇਹਦੇ ਬਾਰੇ ਇੱਕ ਵਾਰੀ ਫੇਰ ਚਰਚਾ ਚੱਲ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੋਕਾਂ ਨੂੰ ਲੰਬੀ ਉਡੀਕ ਤੇ ਡਾਕਟਰਾਂ ਦੀ ਘਾਟ ਇੱਕ ਵੱਡਾ ਮਸਲਾ ਬਣਦਾ ਜਾ ਰਿਹਾ। ਅਗਲੀ ਖਬਰ ਚੀਨ ਨਾਲ ਸੰਬੰਧਿਤ ਆ। ਚੀਨ ਦੇ ਵਿੱਚ ਲਗਾਤਾਰ ਲੱਗੇ ਲੋਕਡਾਊਨ ਦੀਆਂ ਤੇ ਉੱਥੇ ਲਗਾਤਾਰ ਹੋ ਰਹੀ ਮਾਸ ਟੈਸਟਿੰਗ ਦੀਆਂ ਗੱਲਾਂ ਬਾਤਾਂ ਆਪਾਂ ਲੰਬੇ ਸਮੇਂ ਤੋਂ ਕੀਤੀਆਂ ਤੇ ਅੱਜ ਖਬਰ ਇਹ ਆ ਰਹੀ ਹੈ ਕਿ ਬੀਜਿੰਗ ਆਪਣੇ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਬੰਦ ਕਰ ਰਿਹਾ ਆ ਕੋਵਿਡ-19 ਦੀਆਂ ਰੈਸਟ੍ਰਿਕਸ਼ਨਸ ਨੂੰ ਸਖਤ ਕਰਨ ਦੇ ਲਈ। ਚੀਨ ਦੀ ਰਾਜਧਾਨੀ ਦੇ ਵਿੱਚ ਇਹ ਆਊਟਬ੍ਰੇਕ ਨਹੀਂ ਫੈਲਣ ਦੇਣਾ ਚਾਹੁੰਦੇ, ਜਿੰਨਾ ਕੁ ਕੋਵਿਡ ਹੈਗਾ ਉਹਨੂੰ ਉੱਥੇ ਰੋਕਣਾ ਚਾਹੁੰਦੇ ਆ। ਇਹ ਜਿਹੜੇ 21 ਮਿਲੀਅਨ ਲੋਕ ਉੱਥੇ ਪਹਿਲਾਂ ਹੀ ਉਹਨਾਂ ਨੂੰ 3 ਰਾਊਂਡ ਦੀ ਮਾਸ ਟੈਸਟਿੰਗ ਦੇ ਵਿੱਚ ਇਸ ਹਫ਼ਤੇ ਦੇ ਵਿੱਚ ਪਾ ਦਿੱਤਾ ਗਿਆ ਸੀ ਤੇ ਜਿਹੜਾ ਤੀਜਾ ਹੈ ਉਹ ਇਸ ਫਰਾਈਡੇ ਨੂੰ ਰਾਊਂਡ ਉਹਨਾਂ ਦਾ ਸ਼ੁਰੂ ਹੋ ਰਿਹਾ। ਸੋ ਇਸ ਵੇਲੇ ਬੀਜਿੰਗ ਦੇ ਸਕੂਲ ਬੰਦ ਕੀਤੇ ਜਾ ਰਹੇ ਆ। ਜਦੋਂ ਹੁਣ ਪੂਰੀ ਦੁਨੀਆ ਦੇ ਵਿੱਚ ਵੈਕਸੀਨੇਸ਼ਨ ਲੱਗ ਚੁੱਕੀ ਆ, ਬਹੁਤ ਕੁਝ ਹੋ ਚੁੱਕਿਆ, ਕੋਵਿਡ ਡਿਕਲਾਈਨ ਦੇ ਉੱਤੇ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਡਾਟਾ ਇਹ ਦੱਸ ਰਿਹਾ ਕਿ ਕੋਵਿਡ ਘਟ ਗਿਆ। ਕੈਨੇਡਾ ਦਾ ਅੰਕੜੇ ਇਹ ਦੱਸ ਰਿਹਾ ਕਿ ਕੋਵਿਡ ਘਟ ਗਿਆ ਤੇ ਘਟ ਰਿਹਾ, ਹੌਲੀ ਹੌਲੀ ਇਹ ਖਤਮ ਹੋ ਜਾਊਗਾ। ਵੈਕਸੀਨੇਸ਼ਨ ਆ, ਹਰਡ ਇਮਿਊਨਿਟੀ ਆ, ਕੀ ਆ। ਥੋੜ੍ਹਾ ਚਿਰ ਪਹਿਲਾਂ ਕੈਨੇਡਾ ਦੇ ਵਿੱਚ ਜਿਹੜਾ ਸੀਵੇਜ ਵਾਟਰ ਆ ਉਹਦੇ ਵਿੱਚੋਂ ਟੈਸਟਿੰਗ ਕਰਕੇ ਇਹ ਸ਼ੱਕ ਸੀ, ਇਹ ਖਦਸ਼ਾ ਸੀ ਕਿ ਇਹ ਕਿਉਂਕਿ ਸੀਵੇਜ ਦੇ ਵਿੱਚ ਜਿਹੜਾ ਵਾਟਰ ਜਾਂਦਾ ਆ ਉਹਦੀ ਟੈਸਟਿੰਗ ਕੀਤੀ ਜਾਂਦੀ, ਉਹਦੇ ਵਿੱਚ ਕੋਵਿਡ ਦੇ ਬਹੁਤ ਸਾਰੇ ਜਿਹੜੇ ਟਰੇਸਸ ਸੀਗੀਆਂ ਉਹਦੇ ਟੈਸਟ ਕਰਨ ਤੋਂ ਬਾਅਦ ਲੱਗਿਆ ਕਿ ਇੱਥੇ ਕੋਵਿਡ ਬਹੁਤ ਜ਼ਿਆਦਾ ਹੋ ਗਿਆ ਹੈ। ਤੇ ਫਿਰ ਇਹ ਕਿਹਾ ਗਿਆ ਸੀ ਕਿ 1-2 ਹਫ਼ਤੇ ਦੇ ਵਿੱਚ ਇਹ ਕਮਿਊਨਿਟੀ ਦੇ ਵਿੱਚ ਕੋਵਿਡ ਆ ਜਾਣਾ ਹੈ ਤੇ ਇੱਥੇ ਹੁਣ ਇਹਦੇ ਨਤੀਜੇ ਹੋਣਗੇ ਕਿ ਦੁਬਾਰਾ ਲੋਕਡਾਊਨ ਲੱਗੂਗਾ। ਪਰ ਉਹਦੇ ਤੋਂ ਬਾਅਦ ਕਮਿਊਨਿਟੀ ਦੇ ਵਿੱਚ ਕੋਵਿਡ ਨਹੀਂ ਫੈਲਿਆ, ਭਾਵੇਂ ਕਿ ਇਹਦਾ ਮਤਲਬ ਇਹ ਸੀ ਕਿ ਲੋਕਾਂ ਨੂੰ ਕੋਵਿਡ ਹੋ ਚੁੱਕਿਆ ਪਰ ਉਹ ਫੈਲਿਆ ਨਹੀਂ ਤੇ ਜਾਂ ਉਹਦੇ ਸਿੰਪਟਮ ਸਾਹਮਣੇ ਨਜ਼ਰ ਨਹੀਂ ਆਏ। ਹੁਣ ਸਾਰੀ ਦੁਨੀਆ ਇਹ ਗੱਲ ਮੰਨ ਕੇ ਚੱਲ ਰਹੀ ਹੈ ਕਿ ਕੋਵਿਡ ਖਤਮ ਹੋ ਗਿਆ ਤੇ ਹੌਲੀ ਹੌਲੀ ਇਹਨੇ ਖਤਮ ਹੋ ਜਾਣਾ, ਹੁਣ ਦੁਬਾਰਾ ਲੋਕਡਾਊਨ ਨਹੀਂ ਆਊਗਾ। ਪਰ ਬੀਜਿੰਗ ਦੇ ਵਿੱਚ ਸਕੂਲਾਂ ਦਾ ਬੰਦ ਕੀਤੇ ਜਾਣਾ, ਲਗਾਤਾਰ ਕੁਝ ਹਫ਼ਤਿਆਂ ਤੋਂ ਇਹ ਖਬਰਾਂ ਆਉਣੀਆਂ ਕਿ ਕਦੇ ਸ਼ੰਘਾਈ ਦੇ ਵਿੱਚ ਲੋਕਡਾਊਨ ਲੱਗ ਗਿਆ, ਕਦੇ ਕਿਸੇ ਹੋਰ ਸ਼ਹਿਰ ਦੇ ਵਿੱਚ ਲੋਕਡਾਊਨ ਲੱਗ ਗਿਆ, ਉੱਥੇ ਮਾਸ ਟੈਸਟਿੰਗ ਹੋ ਰਹੀ ਹੈ, ਲੋਕਾਂ ਨੂੰ ਭੋਜਨ ਨਹੀਂ ਮਿਲ ਰਿਹਾ। ਤੇ ਅੱਜ ਇਹ ਖਬਰ ਕਿ ਬੀਜਿੰਗ ਦੇ ਸਕੂਲ ਬੰਦ ਕਰ ਦਿੱਤੇ ਆ, ਇਹ ਕਿਤੇ ਨਾ ਕਿਤੇ ਲੋਕਾਂ ਨੂੰ ਚਿੰਤਾ ਪੈਦਾ ਕਰਨ ਵਾਲੀਆਂ ਖਬਰਾਂ ਨੇ ਕਿ ਕੀ ਸੱਚਮੁੱਚ ਕੋਵਿਡ ਖਤਮ ਹੋ ਚੁੱਕਿਆ ਜਾਂ ਕਿਉਂਕਿ ਕਿਸੇ ਛੋਟੀ ਮੋਟੀ ਗੱਲ ਦੇ ਲਈ ਉਹਨਾਂ ਨੇ 21 ਮਿਲੀਅਨ ਲੋਕਾਂ ਨੂੰ ਸਕੂਲ ਤੇ ਬੰਦ ਨਹੀਂ ਕੀਤੇ, ਨਾ ਉੱਥੇ 3 ਰਾਊਂਡ ਦੀ ਟੈਸਟਿੰਗ ਉਹਨਾਂ ਨੇ ਸ਼ੁਰੂ ਕੀਤੀ ਹੈ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਟੈਸਟਿੰਗ ਕੀਤੀ ਜਾਵੇ। ਅੱਜ ਵੀਰਵਾਰ ਦੇ ਦਿਨ ਜਿਹੜਾ ਸਿਟੀ ਦਾ ਐਜੂਕੇਸ਼ਨ ਬਿਊਰੋ ਆ ਉਹਨਾਂ ਨੇ ਇਹ ਹੁਕਮ ਦਿੱਤਾ ਕਿ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇ। ਅਗਲੇ ਕਦੋਂ ਖੋਲ੍ਹਣੇ ਉਹਦੇ ਬਾਰੇ ਪਤਾ ਕੁਛ ਨਹੀਂ ਹੈ। ਉਹਦੇ ਤੋਂ ਬਾਅਦ ਇਹ ਫਰਾਈਡੇ ਤੱਕ ਤਾਂ ਬੰਦ ਰਹਿਣਗੇ, ਉਹਦੇ ਤੋਂ ਬਾਅਦ ਫਿਰ ਕੀ ਅਗਲਾ ਹੁਕਮ ਆਉਂਦਾ ਤੇ ਫਿਰ ਉਹਦੇ ਤੋਂ ਬਾਅਦ ਸਕੂਲ ਖੁੱਲ੍ਹਦੇ ਆ ਜਾਂ ਨਹੀਂ ਖੁੱਲ੍ਹਦੇ। ਹੁਣ ਇਹ ਵੀ ਨਹੀਂ ਪਤਾ ਕਿ ਉਹਨਾਂ ਨੇ ਇਹ ਕਿਹਾ ਚੀਨ ਦੇ ਇਸ ਬੀਜਿੰਗ ਸ਼ਹਿਰ ਦੇ ਵਿੱਚ, ਉੱਥੋਂ ਦੀ ਰਾਜਧਾਨੀ ਦੇ ਵਿੱਚ, ਕਿ ਤੁਸੀਂ ਬੱਚਿਆਂ ਨੂੰ ਔਨਲਾਈਨ ਕਲਾਸਿਸ ਦੇ ਵਿੱਚ ਚਲੇ ਜਾਓ, ਜਾਂ ਉਹਨਾਂ ਨੂੰ ਕਿਹਾ ਕਿ ਜਿਹੜੇ ਉਹਨਾਂ ਦੇ ਐਗਜ਼ਾਮ ਆ ਉਹਨਾਂ ਦੇ ਨੇੜੇ ਆ ਰਹੇ ਤੇ ਮੁੜੇ ਜਿਹੜੀਆਂ ਕਲਾਸਿਸ ਨੇ ਉਹਦਾ ਕੀ ਬਣਨਾ। 50 ਨਵੇਂ ਕੇਸ ਬੀਜਿੰਗ ਦੇ ਵਿੱਚ ਅੱਜ ਵੀਰਵਾਰ ਦੇ ਦਿਨ ਆਏ ਆ, 2 ਜਿਨ੍ਹਾਂ ਦੇ ਵਿੱਚੋਂ ਏਸਿਮਟੋਮੈਟਿਕ ਆ ਤੇ ਟੋਟਲ ਜਿਹੜੀ ਵੇਵ ਦੀ ਇਨਫੈਕਸ਼ਨ ਆ ਉਹ 150 ਦੇ ਉੱਤੇ ਪਹੁੰਚ ਗਈ ਆ। ਸਟੂਡੈਂਟਸ ਲਗਭਗ 30% ਉੱਥੋਂ ਦੇ ਟੋਟਲ ਕੇਸਿਸ ਦਾ ਦੱਸ ਰਹੇ ਆ, ਮਤਲਬ ਜਿੰਨੇ ਕੇਸ ਆਏ ਆ ਉਹਨਾਂ ਦੇ ਵਿੱਚੋਂ 30% ਸਟੂਡੈਂਟਸ ਦੇ ਨੇ। ਤੇ ਇਹਦਾ ਮਤਲਬ ਇਹ ਜਿਹੜਾ ਕਲਸਟਰ ਦਾ ਕਲਸਟਰ ਪੂਰਾ ਆ 6 ਸਕੂਲਾਂ ਦੇ ਨਾਲ ਜੁੜਦਾ ਆ, 2 ਦੇ ਵਿੱਚ ਕਿੰਡਰਗਾਰਟਨਸ ਨੇ ਸ਼ੋਆਂਗ ਸ਼ਹਿਰ ਦੇ ਵਿੱਚ। ਵੀਰਵਾਰ ਨੂੰ ਇਹ ਵੀ ਪਤਾ ਲੱਗਾ ਕਿ 2 ਹਾਊਸਿੰਗ ਕੰਪਾਊਂਡਸ ਦੇ ਜਿਹੜੇ ਲੋਕ ਨੇ ਬੀਜਿੰਗ ਦੇ ਵਿੱਚ, ਇਸ ਸ਼ਾਓਂਗ ਡਿਸਟ੍ਰਿਕਟ ਦੇ ਵਿੱਚ, ਉਹਨਾਂ ਨੂੰ ਕਿਹਾ ਕਿ ਤੁਸੀਂ ਘਰਾਂ ਦੇ ਵਿੱਚ ਰਹਿਣਾ ਤੇ ਕੁਝ ਕਲੀਨਿਕ ਤੇ ਕੁਝ ਬਿਜ਼ਨਸ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ। ਬੀਜਿੰਗ ਹੌਲੀ ਹੌਲੀ ਇੱਧਰਲੇ ਪਾਸੇ ਨੂੰ ਮੂਵ ਕਰ ਰਿਹਾ। ਚੀਨ ਦੇ ਉਹ ਸ਼ਹਿਰ ਜਿਨ੍ਹਾਂ ਨੇ ਰੈਸਟ੍ਰਿਕਸ਼ਨਸ ਲਾਈਆਂ ਤੇ ਕੇਸ ਨੰਬਰ ਹਜੇ ਵੀ ਉੱਥੇ ਘੱਟ ਆ, ਆਊਟਬ੍ਰੇਕਸ ਹੋ ਰਹੀਆਂ ਪਰ ਸਟਿਲ ਉਹ ਮੈਨੇਜੇਬਲ ਨੇ, ਉਹਨਾਂ ਨੂੰ ਮੈਨੇਜ ਕੀਤਾ ਜਾ ਰਿਹਾ। ਚੀਨ ਨੇ ਬਿਲਕੁਲ ਸ਼ੁਰੂ ਦੇ ਵਿੱਚ ਰੂਸ ਤੋਂ ਬਾਅਦ ਆਪਣੀ ਵੈਕਸੀਨ ਬਣਾ ਲਈ ਸੀ, ਭਾਵੇਂ ਕਿ ਉਹਦੀ ਮਾਨਤਾ
ਦੇ ਉੱਤੇ ਬਹੁਤ ਸਾਰੇ ਸਵਾਲ ਲੱਗੇ ਰਹੇ, ਪਰ ਕੀ ਉੱਥੇ ਇਹ ਵੈਕਸੀਨ ਕੰਮ ਨਹੀਂ ਕਰ ਰਹੀ? ਕੀ ਉਹਨਾਂ ਨੂੰ ਹੋਰ ਵੈਕਸੀਨੇਸ਼ਨ ਕਰਨੀ ਪਊਗੀ? ਕੀ ਹੋਰ ਬੂਸਟਰ ਸ਼ਾਟ ਲਾਉਣੇ ਪੈਣਗੇ? ਸਾਰੇ ਦਾ ਸਾਰਾ ਉਹਨਾਂ ਦਾ ਗੋਲ ਜਿਹੜਾ ਇਹ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਰੋਕਿਆ ਜਾਵੇ, ਆਊਟਬ੍ਰੇਕਸ ਜ਼ਿਆਦਾ ਨਾ ਫੈਲ ਜਾਵੇ। ਇੱਕ ਤਾਂ ਇਹ ਹੋ ਸਕਦਾ ਕਿ ਉਹ ਜਿਹੜੀ ਉਹਨਾਂ ਦੀ ਜ਼ੀਰੋ ਟੋਲਰੈਂਸ ਪਾਲਿਸੀ ਆ, ਕਿ ਉਹ ਚਾਹੁੰਦੇ ਆ ਕਿ ਕੋਵਿਡ ਬਿਲਕੁਲ ਵੀ ਨਾ ਫੈਲੇ, ਕਿ ਭਾਵੇਂ ਥੋੜ੍ਹੇ ਕੇਸ ਆ ਇਹ ਖਤਰਨਾਕ ਹੋ ਸਕਦੇ ਆ, ਇਸ ਕਰਕੇ ਡਰਨ ਵਾਲੀ ਕੋਈ ਗੱਲ ਨਹੀਂ। ਉਹ ਸਿਰਫ ਆਪਣੀ ਇੱਕ ਪਾਲਿਸੀ ਦੇ ਤਹਿਤ ਸਕੂਲ ਬੰਦ ਕਰ ਰਿਹਾ, ਕਦੇ ਇੱਕ ਵੱਡਾ ਸ਼ਹਿਰ ਬੰਦ ਕਰ ਦਿੰਦੇ, ਕਦੇ ਦੂਜਾ ਸ਼ਹਿਰ ਬੰਦ ਕਰ ਲੈਂਦੇ, ਉੱਥੇ ਟੈਸਟਿੰਗ ਕਰਨ ਲੱਗ ਜਾਂਦੇ ਆ। ਪਰ ਇਹਦੇ ਨਾਲ ਡਰ ਇਹ ਜ਼ਰੂਰ ਹੈਗਾ ਆ ਕਿ ਜੇ ਉਹ ਇਸ ਗੱਲ ਨੂੰ ਇੰਨੀ ਸਖਤੀ ਦੇ ਨਾਲ ਲਾਗੂ ਕਰ ਰਹੇ ਆ ਤਾਂ ਕੀ ਸੱਚਮੁੱਚ ਉਹ ਗੱਲਬਾਤ ਬਾਹਰ ਸਾਹਮਣੇ ਆਉਂਦੀ ਆ? ਜਿਹੜੀਆਂ ਵੀਡੀਓ ਸਾਹਮਣੇ ਆਉਂਦੀਆਂ ਫੂਡ ਸ਼ਾਰਟੇਜ ਦੀਆਂ, ਬੇਸਿਕ ਸਪਲਾਈਜ਼ ਦੀਆਂ, ਲੋਕਾਂ ਕੋਲ ਹਸਪੀਟਲ ਜਾਣ ਦੇ ਲਈ ਹਾਲਤ ਨਹੀਂ ਆ, ਉਹਨਾਂ ਦਾ ਜਿਹੜਾ ਸੈਂਟਰਲਾਈਜ਼ ਕੁਆਰੰਟੀਨ ਸਾਈਟਸ ਹੈਗੀਆਂ ਆ ਉਹਨਾਂ ਦੇ ਵਿੱਚ ਬਹੁਤ ਸਮੱਸਿਆ ਆਈ ਆ। ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਲੋਕਾਂ ਦੇ ਲਈ ਚਿੰਤਾ ਵੀ ਪੈਦਾ ਕਰਦਾ। ਨੈਸ਼ਨਲ ਹੈਲਥ ਕਮਿਸ਼ਨ ਨੇ ਵੀਰਵਾਰ ਨੂੰ 11,285 ਨਵੇਂ ਕੇਸ ਚਾਈਨਾ ਮੇਨਲੈਂਡ ਦੇ ਉੱਤੋਂ ਦੱਸੇ ਸੀ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਏਸਿਮਟੋਮੈਟਿਕ ਆ। ਮੈਜੋਰਿਟੀ ਸ਼ੰਘਾਈ ਦੇ ਵਿੱਚ ਆ, ਜਿੱਥੇ 47 ਮੌਤਾਂ ਦੀ ਵੀ ਸੂਚਨਾ ਮਿਲੀ ਹੈ। ਸ਼ੰਘਾਈ ਸਿਟੀ ਦੀ ਅਥਾਰਟੀਜ਼ ਨੇ ਬੁੱਧਵਾਰ ਨੂੰ ਇਹ ਦੱਸਿਆ ਸੀ ਕਿ ਉਹਨਾਂ ਨੇ ਐਨਾਲਾਈਜ਼ ਇਹ ਕੀਤਾ ਆ ਕਿ ਨਵੇਂ ਰਾਊਂਡ ਦੀ ਟੈਸਟਿੰਗ ਉੱਥੇ ਦੁਬਾਰਾ ਸ਼ੁਰੂ ਕੀਤੀ ਜਾਊਗੀ ਤਾਂ ਕਿ ਸੇਫਟੀ ਰੱਖੀ ਜਾ ਸਕੇ ਤੇ ਸੋਸ਼ਲ ਜ਼ੀਰੋ ਕੋਵਿਡ ਜਿਹੜੀ ਉਹਨਾਂ ਦੀ ਇੱਕ ਪਾਲਿਸੀ ਆ ਉਹਨੂੰ ਉਹ ਅਚੀਵ ਕਰਨਾ ਚਾਹੁੰਦੇ ਆ ਕਿ ਬਿਲਕੁਲ ਇੱਥੇ ਕੋਵਿਡ ਜ਼ੀਰੋ ਹੋ ਜਾਵੇ। ਪਰ ਲੋਕਾਂ ਦੇ ਵਿੱਚ ਇਸ ਗੱਲ ਦਾ ਡਰ ਕਿ ਕਿਤੇ ਇੱਦਾਂ ਨਾ ਹੋਵੇ ਕਿ ਚੀਨ ਤੋਂ ਬਾਅਦ ਇਹ ਗੱਲ ਵੱਧਦੀ ਪੂਰੀ ਦੁਨੀਆ ਵਿੱਚ ਫੈਲ ਜਾਵੇ। ਓਵਰਆਲ ਵੈਕਸੀਨੇਸ਼ਨ ਰੇਟ ਉਹਨਾਂ ਦਾ 90% ਤੋਂ ਜ਼ਿਆਦਾ ਆ। 62% ਜਿਹੜੇ ਲੋਕ ਨੇ 60 ਸਾਲ ਤੋਂ ਉੱਤੇ ਉਹਨਾਂ ਦੀ ਵੈਕਸੀਨੇਸ਼ਨ ਸ਼ੰਘਾਈ ਦੇ ਵਿੱਚ ਹੋ ਚੁੱਕੀ ਆ। ਇਹ ਸ਼ੰਘਾਈ ਚੀਨ ਦਾ ਸਭ ਤੋਂ ਅਮੀਰ ਲੋਕਾਂ ਦਾ ਦੇਸ਼ ਮੰਨਿਆ ਜਾਂਦਾ, ਉਹਨਾਂ ਦੀ ਫਾਈਨੈਂਸ਼ੀਅਲ ਕੈਪੀਟਲ ਵੀ ਮੰਨਿਆ ਕਹੀ ਜਾਂਦੀ ਹੈ। ਜਿਹੜੇ ਹੈਲਥ ਵਰਕਰ ਨੇ ਉਹ ਬਜ਼ੁਰਗ ਲੋਕਾਂ ਦੇ ਕੋਲ ਵਿਜ਼ਿਟ ਕਰਕੇ ਉੱਥੇ ਜਾ ਕੇ ਉਹਨਾਂ ਨੂੰ ਚੈੱਕਅਪ ਕਰ ਰਹੇ ਆ। ਪੂਰੇ ਮਹੀਨੇ ਦਾ ਸ਼ਟਡਾਊਨ ਜਿਹੜਾ ਇਸ ਸ਼ਹਿਰ ਦੇ ਵਿੱਚ 2% ਚੀਨ ਦੀ ਐਨੂਅਲ ਜਿਹੜੀ ਇਨਕਮ ਗਰੋਥ ਆ ਅਨੈਲਿਸਿਸ ਦੇ ਹਿਸਾਬ ਦੇ ਨਾਲ ਇਸ ਮੰਥ ਦੇ ਵਿੱਚ ਜਿਹੜੀ ਉਹਦੇ ਉੱਤੇ ਅਸਰ ਇਹਦਾ ਪਿਆ ਆ ਤੇ ਫੂਡ ਪ੍ਰਾਈਸਿਸ ਵੀ ਵਧੇ ਆ। ਬਹੁਤ ਸਾਰੀਆਂ ਫਲਾਈਟਸ ਵੀ ਕੈਂਸਲ ਹੋਈਆਂ ਆ। ਬਯਾਨ ਏਅਰਪੋਰਟ ਦੇ ਉੱਤੇ ਸਦਰਨ ਮੈਨੂਫੈਕਚਰਿੰਗ ਹੱਬ ਕਹੀ ਜਾਂਦੀ ਗੁਆਂਜ਼ੋ, ਜਿੱਥੇ ਬਹੁਤ ਸਾਰੀਆਂ ਫਲਾਈਟਸ ਜਾਂਦੀਆਂ, 8% ਫਲਾਈਟਸ ਅੱਜ ਵੀਰਵਾਰ ਦੇ ਦਿਨ ਉੱਥੋਂ ਕੈਂਸਲ ਹੋਈਆਂ ਆ। ਔਰ ਇਹ ਟੋਟਲੀ ਐਬਨੋਰਮਲ ਰਿਜ਼ਲਟ ਦੱਸਿਆ ਜਾ ਰਿਹਾ ਕਿ ਜਿਹੜਾ ਉੱਥੇ ਏਅਰਪੋਰਟ ਸਟਾਫ ਨੂੰ ਟੈਸਟ ਕੀਤਾ ਜਾ ਰਿਹਾ। ਆਨਲਾਈਨ ਸਟੇਟ ਮੀਡੀਆ ਸੋਰਸ ਉੱਥੋਂ ਦਾ ਹੈਗਾ ਦਾ ਪੇਪਰ ਚੀਨ ਦਾ, ਉਹਦੀ ਇਹ ਜਿਹੜੀ ਸੂਚਨਾ ਹੈ ਇਹ ਖਬਰ ਦੱਸੀ ਜਾ ਰਹੀ ਆ। ਜਿਹੜਾ ਟਰੈਵਲ ਆ ਪਰਟੀਕੂਲਰਲੀ ਜਿਹੜੇ ਪ੍ਰੋਵਿੰਸਿਸ ਤੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਅਗਲੇ ਇੱਕ ਹਫ਼ਤੇ ਤੱਕ ਬਹੁਤ ਬੁਰੀ ਤਰ੍ਹਾਂ ਘਟਿਆ ਦੱਸਿਆ ਜਾ ਰਿਹਾ। ਮੇ ਡੇ ਹੌਲੀਡੇ ਉੱਥੇ ਹੁੰਦੀ ਹੈ ਜਿਹੜੀ ਉਹ ਵੀ ਨੇੜੇ ਆ ਰਹੀ ਆ। ਚੀਨ ਦੇ ਇੰਟਰਨੈਸ਼ਨਲ ਬਾਰਡਰਸ ਜਿਹੜੇ ਆ ਉਹ ਲਗਭਗ ਬੰਦ ਨੇ ਕੋਵਿਡ-19 ਕਰਕੇ, ਤੇ ਇਹ ਉਦੋਂ ਦੀ ਇਸੇ ਤਰ੍ਹਾਂ ਜਦੋਂ ਦਾ ਵੁਹਾਨ ਦੇ ਵਿੱਚ ਇਹ ਸਾਰਾ ਕੁਝ ਹੋਇਆ ਸੀ। ਹੁਣ ਜ਼ੀਰੋ ਕੋਵਿਡ ਸਟ੍ਰੈਟਜੀ ਦੇ ਤਹਿਤ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬੰਦ ਰੱਖਿਆ ਜਾ ਰਿਹਾ। ਪੂਰੇ 13 ਚੀਨ ਦੇ ਜਿਹੜੇ 10 ਸਭ ਤੋਂ ਵੱਡੇ ਸ਼ਹਿਰ ਆ ਉਹਨਾਂ ਦੀ ਇਕਨੋਮਿਕ ਆਊਟਪੁੱਟ ਬਹੁਤ ਸਾਰੀ ਇਹਨਾਂ ਦੇ ਉੱਤੇ ਡਿਪੈਂਡ ਕਰਦੀ ਹੈ, ਤੇ ਇਹਨਾਂ ਦੇ ਵਿੱਚ ਲੋਕਡਾਊਨ ਲੱਗਾ ਹੈ ਤੇ ਇਹਦੇ ਨਾਲ ਕੁਦਰਤੀ ਤੌਰ 'ਤੇ ਸਮੱਸਿਆ ਜਿਹੜੀ ਉਹ ਚੀਨ ਨੂੰ ਵੀ ਆਊਗੀ। ਤੇ ਦੁਨੀਆ ਇਸ ਗੱਲ ਤੋਂ ਡਰ ਰਹੀ ਹੈ ਕਿ ਚੀਨ ਦੇ ਵਿੱਚ ਫਲਾਈਟਾਂ ਕੈਂਸਲ ਹੋ ਰਹੀਆਂ, ਸਕੂਲ ਬੰਦ ਕੀਤੇ ਗਏ ਆ, ਮਾਸ ਟੈਸਟਿੰਗ ਹੋ ਰਹੀ ਹੈ। ਇਹ ਗੱਲਬਾਤ ਚੀਨ ਤੱਕ ਹੀ ਰੁਕ ਜਾਵੇ, ਕਿਤੇ ਬਾਕੀ ਦੇਸ਼ਾਂ ਦੇ ਤੱਕ ਨਾ ਆਵੇ। ਕਲਾਈਮੇਟ ਚੇਂਜ ਇੱਕ ਇਹੋ ਜਿਹਾ ਮੁੱਦਾ ਜਿਹਦੇ ਉੱਤੇ ਅਸੀਂ ਅਕਸਰ ਗੱਲਬਾਤ ਕਰਦੇ ਹਾਂ, ਤੇ ਪਹਿਲਾਂ ਸਿਰਫ ਘੱਟ ਗੱਲਬਾਤ ਹੁੰਦੀ ਸੀ। ਲੋਕਾਂ ਦਾ ਇਹ ਮੁੱਖ ਮਸਲਾ ਨਹੀਂ ਸੀ। ਲੋਕਾਂ ਦੇ ਮੁੱਖ ਮਸਲੇ ਆਰਥਿਕਤਾ ਆ, ਹੋਰ ਚੀਜ਼ਾਂ ਆ। ਵਾਤਾਵਰਣ ਵਿੱਚ ਤਬਦੀਲੀ ਇੱਕ ਗੱਲ ਤਾਂ ਚਰਚਾ ਬੜੇ ਲੰਬੇ ਸਮੇਂ ਤੋਂ ਚੱਲਦੀ ਆਉਂਦੀ ਸੀ, ਪਰ ਲੋਕ ਇਹਨੂੰ ਬਹੁਤੀ ਸੰਜੀਦਗੀ ਨਾਲ ਲੈਂਦੇ ਨਹੀਂ ਸੀ। ਹੁਣ ਜਦੋਂ ਕਿ ਇਸ ਵਾਤਾਵਰਣ ਨੇ ਸਿੱਧਾ ਲੋਕਾਂ ਦੇ ਉੱਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਸੀਂ ਅੱਤ ਦੀ ਗਰਮੀ ਵੀ ਦੇਖੀ ਆ, ਸੜਦਾ ਪਿੰਡ ਵੀ ਦੇਖਿਆ, ਉਹ ਤੋਂ ਬਾਅਦ ਅੱਤ ਦੀ ਠੰਡ ਵੀ ਦੇਖੀ ਆ, ਬੇਮੌਸਮੀ ਬਰਫ਼ਬਾਰੀ ਵੀ ਦੇਖੀ ਆ, ਬੇਮੌਸਮੀ ਗਰਮੀ ਵੀ ਦੇਖੀ ਆ। ਤੇ ਕਿਹਾ ਇਹ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਪੈਣੀ ਹੈ। ਦੁਨੀਆ ਦੇ ਉਹਨਾਂ ਹਿੱਸਿਆਂ ਦੇ ਵਿੱਚ ਇਸ ਵੇਲੇ ਗਰਮੀ ਪੈ ਰਹੀ ਹੈ ਜਿੱਥੇ ਗਰਮੀ ਇਹਨਾਂ ਦਿਨਾਂ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਪੈਂਦੀ ਸੀ। ਇਹ ਸਾਰਾ ਕੁਝ ਕਲਾਈਮੇਟ ਚੇਂਜ ਕਰਕੇ ਹੋ ਰਿਹਾ। ਹੁਣ ਕਦੇ ਹੜ੍ਹ ਆ ਜਾਂਦੇ ਆ, ਕਦੇ ਕੋਈ ਤਬਾਹੀ ਹੋ ਜਾਂਦੀ ਆ। ਅਮਰੀਕਾ ਦੇ ਵਿੱਚ ਜਿਸ ਤਰੀਕੇ ਨਾਲ ਬੁਰਾ ਹਾਲ ਹੋਇਆ, ਲਗਾਤਾਰ ਜਿਹੜੇ ਟੋਰਨੇਡੋਜ਼ ਨੇ ਉਹਨੇ ਜਿੰਨੀ ਤਬਾਹੀ ਮਚਾਈ ਆ, ਹੁਣ ਇਹਦੇ ਹੋਰ ਕੌਨਸੀਕੁਐਂਸਿਸ ਸਾਹਮਣੇ ਆ ਰਹੇ ਆ ਕਿ ਕਲਾਈਮੇਟ ਚੇਂਜ ਆ। ਕਲਾਈਮੇਟ ਚੇਂਜ ਬੇਸਿਕਲੀ ਵਾਤਾਵਰਣ ਦੇ ਵਿੱਚ ਗਰਮੀ ਦਾ ਵਧਣਾ ਹੈ, ਤੇ ਗਰਮੀ ਪ੍ਰਦੂਸ਼ਣ ਕਾਰਨ ਵੱਧ ਰਹੀ ਹੈ। ਜਿੰਨੀਆਂ ਖਤਰਨਾਕ ਗੈਸਾਂ ਹਵਾ ਦੇ ਵਿੱਚ ਛੱਡੀਆਂ ਜਾ ਰਹੀਆਂ, ਉਹਦੇ ਕਰਕੇ ਗਰਮੀ ਵੱਧ ਰਹੀ ਹੈ। ਹੁਣ ਇੱਕ ਜਿਹੜੀ ਨਵੀਂ ਇਹਦੇ ਕੌਨਸੀਕੁਐਂਸਿਸ ਸਾਹਮਣੇ ਆ ਰਹੇ ਆ, ਤੇ ਇਹ ਦੱਸਿਆ ਜਾ ਰਿਹਾ
ਕਿ ਜਿਹੜਾ ਕੋਵਿਡ-19 ਸੀ, ਇਹ ਇੱਕ ਗੱਲ ਇਹਦੇ ਬਾਰੇ ਇੱਕ ਜਿਹੜੀ ਥਿਊਰੀ ਇਹ ਸੀ ਕਿ ਚਮਗਿੱਦੜਾਂ ਤੋਂ ਬੰਦਿਆਂ ਦੇ ਵਿੱਚ ਟਰਾਂਸਫਰ ਹੋਇਆ ਜਾਂ ਜਾਨਵਰਾਂ ਤੋਂ ਵਾਇਰਸ ਮਨੁੱਖਾਂ ਦੇ ਵਿੱਚ ਫੈਲਿਆ। ਬਹੁਤ ਸਾਰੇ ਜਾਨਵਰਾਂ ਦੇ ਵਿੱਚ ਕੋਵਿਡ-19 ਦੇ ਲੱਛਣ ਦੇਖੇ ਗਏ, ਲਗਾਤਾਰ ਇਹ ਰਿਪੋਰਟਾਂ ਆਪਣੇ ਸਾਹਮਣੇ ਆਈਆਂ। ਹੁਣ ਵਿਗਿਆਨੀ ਕਹਿ ਰਹੇ ਆ ਕਿ ਕਲਾਈਮੇਟ ਚੇਂਜ ਦੇ ਨਾਲ ਹਜ਼ਾਰਾਂ ਨਵੇਂ ਵਾਇਰਸ ਇਹਨਾਂ ਐਨੀਮਲਸ ਤੋਂ ਇੱਕ ਦੂਜੇ ਦੇ ਵਿੱਚ ਫੈਲਣਗੇ 2070 ਤੱਕ। ਗੱਲਬਾਤ ਬਹੁਤ ਦੂਰ ਦੀ ਲੱਗਦੀ ਹੈ ਕਿ 2070 ਕਿਹਨੇ ਦੇਖਿਆ, ਕਦੋਂ ਆਉਣਾ, ਪਰ ਅੱਜ ਦੇ ਵਾਤਾਵਰਨ ਬਾਰੇ ਜਦੋਂ 50 ਸਾਲ ਪਹਿਲਾਂ ਗੱਲਾਂ ਬਾਤਾਂ ਹੁੰਦੀਆਂ ਸੀ ਉਦੋਂ ਵੀ ਇਸੇ ਤਰ੍ਹਾਂ ਲੱਗਦਾ ਸੀ ਕਿ ਸਮਾਂ ਪਤਾ ਨਹੀਂ ਕਦੋਂ ਆਉਣਾ, ਪਰ ਇਹ ਸਮਾਂ ਅਸੀਂ ਆਪਣੇ ਅੱਖੀਂ ਦੇਖ ਰਹੇ ਹਾਂ। ਹੁਣ 2070 ਦੇ ਵਿੱਚ ਜਿਹੜੀ ਨਵੀਂ ਇਨਫੈਕਸ਼ਨ, ਨਵੀਆਂ ਡਿਜ਼ੀਜ਼ਸ ਜਿਹੜੀਆਂ ਐਨੀਮਲ ਤੋਂ ਹਿਊਮਨਸ ਦੇ ਵਿੱਚ ਆਉਣਗੀਆਂ ਉਹ ਵਧਣਗੀਆਂ, ਅਤੇ ਕਾਰਨ ਇਹਦਾ ਕਲਾਈਮੇਟ ਚੇਂਜ ਦੱਸਿਆ ਜਾ ਰਿਹਾ, ਵਾਤਾਵਰਨ ਦੇ ਵਿੱਚ ਤਬਦੀਲੀ ਦੱਸੀ ਜਾ ਰਹੀ ਹੈ। ਬਹੁਤ ਸਾਰੇ ਵਾਇਰਸ ਇਕੱਲੇ ਜਾਨਵਰਾਂ ਦੇ ਵਿੱਚ ਹੁੰਦੇ ਆ, ਬਹੁਤ ਸਾਰੇ ਵਾਇਰਸ ਇਕੱਲੇ ਮਨੁੱਖਾਂ ਦੇ ਵਿੱਚ ਹੁੰਦੇ ਆ। ਇਹਨਾਂ ਦੀ ਇਨਫੈਕਸ਼ਨ ਹੁੰਦੀ ਆ। ਕਈ ਵਾਰੀ ਜਿਹੜੇ ਕੁਛ ਮਾਈਕਰੋ ਆਰਗੈਨਿਜ਼ਮਸ ਹੁੰਦੇ ਆ ਉਹਨਾਂ ਦੀ ਲਾਈਫ ਦਾ ਕੁਛ ਸਾਈਕਲ ਐਨੀਮਲਸ ਦੇ ਵਿੱਚ ਪੂਰਾ ਹੁੰਦਾ, ਬਾਕੀ ਜਾਨਵਰਾਂ ਦੇ ਵਿੱਚ ਕੁਛ ਸਾਈਕਲ ਉਹਨਾਂ ਦਾ ਜਿਹੜਾ ਮਨੁੱਖਾਂ ਦੇ ਵਿੱਚ ਪੂਰਾ ਹੁੰਦਾ। ਅਤੇ ਪਰ ਹੁਣ ਇਸ ਵਾਤਾਵਰਨ ਦੀ ਤਬਦੀਲੀ ਦੇ ਨਾਲ ਇਹ ਇੱਕ ਤੋਂ ਦੂਜੇ ਤੱਕ ਫੈਲ ਜਾਣਗੇ। ਨਾਲ ਮਨੁੱਖ ਤੋਂ ਮਨੁੱਖ ਤੱਕ ਜਿਹੜਾ ਵਾਇਰਸ ਫੈਲਦਾ ਉਹ ਤਾਂ ਨੋਰਮਲ ਗੱਲ ਆ, ਇੱਕ ਜਾਨਵਰ ਤੋਂ ਦੂਜੇ ਜਾਨਵਰ ਤੱਕ ਫੈਲਣਾ ਨੋਰਮਲ ਗੱਲ ਆ, ਪਰ ਹਜ਼ਾਰਾਂ ਵਾਇਰਸ ਇੱਕ ਦੂਜੇ ਤੱਕ ਜਾਣਗੇ, ਮਨੁੱਖ ਤੋਂ ਜਾਨਵਰਾਂ ਵੱਲ, ਜਾਨਵਰ ਤੋਂ ਮਨੁੱਖ ਵੱਲ, ਅਤੇ ਉਹਦੇ ਨਾਲ ਨਵੀਆਂ ਇਨਫੈਕਸ਼ਨਸ ਪੈਦਾ ਹੋਣਗੀਆਂ, ਜਿਹਦਾ ਸਿੱਧਾ ਜਿਹਾ ਮਤਲਬ ਇਹ ਆ ਕਿ ਨਵੀਆਂ ਪੈਂਡੈਮਿਕਸ ਅਤੇ ਨਵੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ। ਇਹ ਗੱਲ ਖਾਸ ਤੌਰ ਦੇ ਉੱਤੇ ਦੱਸੀ ਜਾ ਰਹੀ ਹੈ ਅਫਰੀਕਾ ਅਤੇ ਏਸ਼ੀਆ ਦੇ ਵਿੱਚ, ਉਹ ਕੰਟੀਨੈਂਟਸ ਜਿਹੜੇ ਹੌਟ ਸਪੌਟ ਨੇ ਇਸ ਵੇਲੇ ਹਿਊਮਨ ਟੂ ਐਨੀਮਲਸ ਅਤੇ ਵਾਈਸਾ ਵਰਸਾ, ਜਿਹੜੇ ਦੋਵੇਂ ਚੀਜ਼ਾਂ, ਚਾਹੇ ਉਹ ਹਿਊਮਨ ਟੂ ਐਨੀਮਲਸ ਆ ਅਤੇ ਚਾਹੇ ਐਨੀਮਲਸ ਟੂ ਹਿਊਮਨਸ ਆ, ਬੰਦਿਆਂ ਤੋਂ ਜਾਨਵਰਾਂ ਦੇ ਵਿੱਚ ਜਾਂ ਜਾਨਵਰਾਂ ਤੋਂ ਬੰਦਿਆਂ ਦੇ ਵਿੱਚ, ਏਸ਼ੀਆ ਅਤੇ ਸਾਊਥ ਅਫਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ, ਕਿਉਂਕਿ HIV ਦਾ ਸੰਬੰਧ ਵੀ, ਈਬੋਲਾ, ਜਿਹੜੇ ਨੋਵਲ ਕਰੋਨਾ ਵਾਇਰਸ ਆ, ਫਲੂ ਆ, ਇਹ ਸਾਰਾ ਕੁਛ ਕਈ ਦਹਾਕਿਆਂ ਤੋਂ ਲਗਾਤਾਰ ਇੱਧਰੋਂ ਉੱਧਰ ਜਾਂਦਾ ਰਿਹਾ। ਇੱਕ ਫਾਈਂਡਿੰਗਸ ਜਰਨਲ ਨੇਚਰ ਦੇ ਵਿੱਚ ਪਬਲਿਸ਼ ਕੀਤੀਆਂ ਗਈਆਂ ਅੱਜ ਵੀਰਵਾਰ ਨੂੰ, ਜਿਹਦੇ ਵਿੱਚ ਇੱਕ ਮਾਡਲ ਸਾਹਮਣੇ ਆਇਆ ਜਿਹਦੇ ਵਿੱਚ ਉਹਨਾਂ ਨੇ 3000 ਮੈਮਲ ਸਪੀਸੀਜ਼ ਨੂੰ ਸਟੱਡੀ ਕੀਤਾ, ਅਤੇ ਜਿਹਦੇ ਵਿੱਚ ਪਤਾ ਲੱਗ ਰਿਹਾ ਕਿ ਇਹ ਵਾਇਰਸ ਅਗਲੇ 50 ਸਾਲਾਂ ਦੇ ਵਿੱਚ ਇੱਕ ਤੋਂ ਦੂਜੇ ਤੱਕ ਜਾਣਗੇ। 3000 ਮੈਮਲਸ ਦੇ ਵਿੱਚ ਜੇ ਤਾਪਮਾਨ 2 ਡਿਗਰੀ ਵੱਧ ਜਾਂਦਾ, 3.6 ਡਿਗਰੀ ਫਾਰਨਹੀਟ ਜਾਂ 2 ਡਿਗਰੀ ਸੈਂਟੀਗ੍ਰੇਡ ਤੱਕ ਦੁਨੀਆ ਦਾ ਤਾਪਮਾਨ ਵਧਣ ਦੇ ਨਾਲ ਇਹ ਸਾਰੇ ਵਾਇਰਸ ਇੱਕ ਦੂਜੇ ਵੱਲ ਇੱਧਰ ਉੱਧਰ ਚਲੇ ਜਾਣਗੇ। ਜਿਹੜੇ ਕ੍ਰਾਸ ਸਪੀਸੀਜ਼ ਵਾਇਰਸਿਸ ਆ, ਇੱਕ ਸਪੀਸੀਜ਼ ਤੋਂ ਦੂਜੇ ਸਪੀਸੀਜ਼ ਵਿੱਚ ਜਾਣ ਵਾਲੇ ਇਹ ਜਿਹੜੇ ਵਾਇਰਸਿਸ ਨੇ, ਇਹ ਦੱਸਦੇ ਆ ਕਿ 4000 ਗੁਣਾ ਜ਼ਿਆਦਾ ਹੋਣਗੇ ਇਕੱਲੇ ਮੈਮਲਸ ਦੇ ਵਿੱਚ। ਮੈਮਲਸ ਜਾਨਵਰਾਂ ਦੀ ਉਹ ਕੈਟਾਗਰੀ ਜਿਹੜੇ ਜਾਨਵਰ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਚੁੰਘਾਉਂਦੇ ਆ, ਜਿਵੇਂ ਮਨੁੱਖ ਆ, ਜਿਵੇਂ ਚੂਹਾ ਆ, ਜਿਵੇਂ ਮੱਝ ਆ, ਗਾਂ ਆ, ਉਹ ਮੈਮਲਸ ਇਹਨਾਂ ਨੂੰ ਕਿਹਾ ਜਾਂਦਾ। ਉਹਨਾਂ ਮੈਮਲਸ ਦੇ ਵਿੱਚ 4000 ਗੁਣਾ ਇਹ ਵਾਇਰਸ ਇੱਧਰੋਂ ਉੱਧਰ ਜਾਣਗੇ। ਬੈਟਸ, ਕਿਉਂਕਿ ਬਹੁਤ ਸਾਰੇ ਚਮਗਿੱਦੜ ਜਿਹੜੇ ਆ ਉਹ ਨੋਵਲ ਕਰੋਨਾ ਵਾਇਰਸ ਦੀ ਸ਼ੇਅਰਿੰਗ ਦੇ ਲਈ ਜ਼ਿੰਮੇਵਾਰ ਮੰਨੇ ਜਾਂਦੇ ਆ। ਬਹੁਤ ਸਾਰੇ ਸਮੁੰਦਰੀ ਜੀਵ ਜਿਹੜੇ ਆ ਉਹ ਇਸ ਸਟੱਡੀ ਦੇ ਵਿੱਚ ਆਏ ਆ। ਹੁਣ ਇਹਦੀ ਇੰਪਲੀਕੇਸ਼ਨ ਹਿਊਮਨਸ ਦੇ ਉੱਤੇ ਕੀ ਜਾ ਰਹੀ ਹੈ? ਰਿਸਰਚਸ ਇਹ ਦੱਸ ਰਹੀਆਂ ਕਿ ਵਾਇਰਸ ਹਿਊਮਨ ਵੱਲ ਫੈਲਣਗੇ। ਜ਼ਰੂਰੀ ਨਹੀਂ ਕਿ ਸਾਰੇ ਵਾਇਰਸ ਹੀ ਪੈਂਡੈਮਿਕ ਫੈਲਾ ਦੇਣ, ਇੰਨੀ ਜ਼ਿਆਦਾ ਇਨਫੈਕਸ਼ਨ ਫੈਲ ਜਾਵੇ, ਪਰ ਇਹ ਵਾਇਰਸ ਨਵੇਂ ਹੋਣਗੇ, ਬਿਮਾਰੀ ਨਵੀਂ ਹੋਊਗੀ, ਅਤੇ ਇਹ ਜ਼ਿਆਦਾ ਖਤਰਨਾਕ ਹੋਊਗੀ। ਅਤੇ ਇਹ ਦੋ ਵੱਡੇ ਗਲੋਬਲ ਕ੍ਰਾਈਸਿਸ ਇਸ ਵੇਲੇ, ਕਲਾਈਮੇਟ ਚੇਂਜ ਅਤੇ ਦੂਜਾ ਵੱਡਾ ਕ੍ਰਾਈਸਿਸ ਜਿਹੜਾ ਦੱਸਿਆ ਜਾ ਰਿਹਾ ਅੱਜ ਦੀ ਰਿਪੋਰਟ ਦੇ ਵਿੱਚ, ਉਹ ਇਨਫੈਕਸ਼ੀਅਸ ਡਿਜ਼ੀਜ਼ਸ ਸਪਰੈਡ, ਜਿਹੜੀਆਂ ਇਹ ਲਾਗਦੀਆਂ ਬਿਮਾਰੀਆਂ ਇੱਕ ਤੋਂ ਦੂਜੇ ਵੱਲ ਨੂੰ ਫੈਲਣਗੀਆਂ। ਇਹ ਦੋ ਵੱਡੇ, ਅਤੇ ਉਹਦਾ ਜਿਹੜਾ ਜਦੋਂ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਜੰਗਲ ਕੱਟੇ ਜਾ ਰਹੇ ਆ, ਵਾਈਲਡ ਲਾਈਫ ਜਿਹੜੇ ਜੰਗਲੀ ਜੀਵ ਆ ਉਹਨਾਂ ਨੂੰ ਵਪਾਰ ਦੇ ਲਈ ਮਾਰਿਆ ਜਾ ਰਿਹਾ ਅਤੇ ਉਹਨਾਂ ਦੀ ਪ੍ਰਜਾਤੀਆਂ ਹੀ ਖਤਮ ਹੋ ਰਹੀਆਂ, ਇਹ ਸਾਰਾ ਕੁਛ ਕਿਤੇ ਨਾ ਕਿਤੇ ਇਹਦੇ ਤੱਕ ਆਊਗਾ। ਸੋ ਵਾਤਾਵਰਨ 'ਚ ਤਬਦੀਲੀ ਦਾ ਮਤਲਬ ਸਿਰਫ ਅਤੇ ਸਿਰਫ ਬਹੁਤ ਜ਼ਿਆਦਾ ਠੰਡ ਪੈਣੀ ਜਾਂ ਬਹੁਤ ਜ਼ਿਆਦਾ ਗਰਮੀ ਪੈਣੀ ਨਹੀਂ ਆ, ਸਗੋਂ ਬਹੁਤ ਸਾਰੇ ਜੀਵ ਵਿਗਿਆਨੀ ਇਸ ਗੱਲ ਦੇ ਉੱਤੇ ਹੁਣ ਫੋਕਸ ਕਰ ਰਹੇ ਆ ਕਿ ਵਾਤਾਵਰਨ ਦੀ ਤਬਦੀਲੀ ਦਾ ਅਸਰ ਸਾਡੇ ਜੀਵਨ ਦੇ ਲਗਭਗ ਹਰ ਇੱਕ ਪੱਖ ਉੱਤੇ ਪਊਗਾ, ਜਿਹਦੇ ਵਿੱਚ ਬਿਮਾਰੀਆਂ ਦਾ ਫੈਲਣਾ ਵੀ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ। ਅਤੇ ਨਵੇਂ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਅਤੇ ਮਨੁੱਖਾਂ ਤੋਂ ਜਾਨਵਰਾਂ ਦੇ ਵਿੱਚ ਜਾਣ ਬਾਰੇ ਚਰਚਾ ਅੱਜ ਇਸ ਆਰਟੀਕਲ ਦੇ ਵਿੱਚ ਕੀਤੀ ਗਈ ਹੈ। ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਇਸ ਵੇਲੇ ਰੁਕ ਚੁੱਕੀ ਹੈ। ਮਾਰਕੀਟ ਦੇ ਵਿੱਚ ਘਰ ਵੀ ਓਨੇ ਨਹੀਂ ਵਿਕ ਰਹੇ, ਅਤੇ ਜਿਹੜੇ ਵਿਕ ਰਹੇ ਆ ਉਹ ਘੱਟ ਕੀਮਤ ਦੇ ਉੱਤੇ ਵਿਕ ਰਹੇ ਆ, ਭਾਵੇਂ ਕਿ ਫਰਕ ਬਹੁਤ ਜ਼ਿਆਦਾ ਨਹੀਂ। ਪਰ ਇੱਕ ਗੱਲ ਪੱਕੀ ਆ ਕਿ ਜਿਹੜੀ ਮਾਰਕੀਟ ਉੱਤੇ ਨੂੰ ਜਾ ਰਹੀ ਸੀ, ਮਾਰਚ ਮਹੀਨੇ ਦੀ ਜਿਹੜੀ ਰਿਪੋਰਟ ਆਈ ਸੀ, ਅਪ੍ਰੈਲ ਦੀ ਅਜੇ ਆਉਣੀ ਹੈ, ਉਹਦੇ ਵਿੱਚ ਕੈਨੇਡਾ ਦੀ ਰੀਅਲ ਸਟੇਟ ਐਨਾਲਿਸਿਸ ਜਿਹੜਾ ਉਹ ਕੀਤਾ ਗਿਆ ਸੀ ਕਿ ਮਾਰਚ ਮਹੀਨੇ ਦੇ ਵਿੱਚ ਹੁਣ
घर उन्ने ज़्यादा नहीं विक रहे, तो ਜਿਹੜੇ ਵਿਕ ਰਹੇ ਆ ਉਹ ਪਹਿਲਾਂ ਨਾਲੋਂ ਘੱਟ ਵਿਕ ਰਹੇ ਆ। ਪਹਿਲਾਂ ਮਲਟੀਪਲ ਆਫਰਸ ਆ ਰਹੀਆਂ ਸੀ, ਲੋਕ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਜਿਹੜਾ ਆਫਰ ਦੇ ਰਹੇ ਸੀ, ਪਰ ਹੁਣ ਉਹ ਗੱਲ ਨਹੀਂ ਹੈ। ਤੁਸੀਂ ਵੀ ਆਲੇ ਦੁਆਲੇ ਆਪਣੇ ਨੇੜੇ ਤੇੜੇ ਦੇਖੋਗੇ ਕਿ ਉਸ ਕਿਸਮ ਦੀ ਘਰਾਂ ਦੇ ਮਾਮਲੇ ਵਿੱਚ ਸਰਗਰਮੀ ਨਹੀਂ ਹੈ। ਉਸ ਕਿਸਮ ਦਾ ਜਿਹੜੀ ਓਪਨ ਹਾਊਸਿਸ ਦੇ ਉੱਤੇ ਰਸ਼ ਨਹੀਂ ਮਿਲ ਰਿਹਾ, ਲੋਕ ਥੋੜ੍ਹਾ ਜਿਹਾ ਟਿਕ ਕੇ ਬੈਠ ਗਏ ਨੇ। ਹੁਣ ਇਹ ਗੱਲ ਵੱਖਰੀ ਆ ਕਿ ਜ਼ਿਆਦਾ ਲੰਬਾ ਸਮਾਂ ਰਹਿੰਦੀ ਹੈ ਜਾਂ ਇਹ ਟੈਂਪਰੇਰੀਲੀ ਇੱਕ ਫੇਸ ਹੈਗਾ, ਇਹ ਤੋਂ ਬਾਅਦ ਵਧਣਗੇ। ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਕਿ ਜਿਹਨੂੰ ਅਸੀਂ ਕਹਿ ਰਹੇ ਹਾਂ ਘਰਾਂ ਦੀ ਮਾਰਕੀਟ ਠੰਡੀ ਹੋ ਰਹੀ ਆ ਜਾਂ ਘਰਾਂ ਦੀ ਮਾਰਕੀਟ ਓਨੀ ਗਰਮ ਨਹੀਂ ਰਹੀ, ਜਿਹੜੀ ਰੈੱਡ ਹੌਟ ਹਾਊਸਿੰਗ ਮਾਰਕੀਟ ਜਿਹਨੂੰ ਸ਼ਬਦ ਵਰਤਿਆ ਜਾਂਦਾ ਸੀ ਕਿ ਉਸ ਕਿਸਮ ਦੀ ਨਹੀਂ ਆ, ਕਿ ਰੈੱਡ ਹੌਟ ਜਿਹੜੀ ਹਾਊਸਿੰਗ ਮਾਰਕੀਟ ਆ ਉਹ ਕੂਲ ਡਾਊਨ ਹੋ ਰਹੀ ਆ, ਵੀ ਇਹ ਠੰਡੀ ਹੋ ਰਹੀ ਆ। ਸਵਾਲ ਇਹ ਪੈਦਾ ਹੋ ਰਿਹਾ, ਮਾਹਰ ਇਹ ਕਹਿ ਰਹੇ ਆ ਕਿ ਕੀ ਇਹ ਇੰਨੀ ਠੰਡੀ ਹੋ ਗਈ ਆ ਕਿ ਆਮ ਵਿਅਕਤੀ ਦੇ ਵੱਸ ਵਿੱਚ ਇੱਕ ਘਰ ਆ ਜਾਵੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਇੰਨੀ ਕੂਲ ਹੋ ਜਾਊਗੀ ਮਾਰਕੀਟ ਕਿ ਇੱਕ ਆਮ ਵਿਅਕਤੀ ਜਿਹੜਾ ਉਹ ਘਰ ਖਰੀਦ ਸਕਦਾ। ਸੇਲ ਵੋਲਿਊਮ, ਲਿਸਟਿੰਗ, ਇਹ ਸਾਰਾ ਕੁਝ ਘਟ ਗਿਆ, ਇੰਟਰਸਟ ਰੇਟ ਵੱਧ ਗਏ ਆ, ਪਰ ਜਿਹੜਾ ਇੱਕ ਵੱਡੀ ਕਹਿੰਦੇ ਜੇ ਘਟਦੀ ਵੀ ਹੋਰ ਵੀ ਘਟ ਗਈ, ਇੱਕ ਡਰਾਮੈਟਿਕ ਡ੍ਰੌਪ ਵੀ ਇਹਦੇ ਵਿੱਚ ਹੋ ਜਾਵੇ, ਪਰ ਅਜੇ ਵੀ ਇਹ ਕਿਉਂਕਿ ਵੱਧ ਇੰਨੀ ਚੁੱਕੀ ਆ ਕਿ ਆਮ ਵਿਅਕਤੀ ਦੀ ਵੱਸ ਦੇ ਵਿੱਚ ਇਹ ਘਰ ਨਹੀਂ ਆ ਰਿਹਾ। ਕਿਹਾ ਜਾ ਰਿਹਾ ਕਿ ਇਹ ਸਿਰਫ ਇੱਦਾਂ ਹੈ ਜਿੱਦਾਂ ਇੱਕ ਵੱਡੀ ਬਾਲਟੀ ਦੇ ਵਿੱਚ ਇੱਕ ਬੂੰਦ ਪਾਣੀ ਦੀ ਪਈ ਹੋਵੇ, ਇਹ ਉਨਾ ਕੀ ਫਰਕ ਇਹਦੇ ਨਾਲ ਕਿਹਾ ਜਾ ਸਕਦਾ। ਜਿਹੜੇ ਮਾਹਰ ਕਹਿ ਰਹੇ ਆ ਕਿ ਜਿਹੜੇ ਬਹੁਤ ਸਾਰੇ ਲੋਕ ਆ ਜਿਹੜੇ ਘਰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ ਪਿਛਲੇ 5 ਸਾਲਾਂ ਤੋਂ, ਚਾਹੇ ਉਹ ਟੋਰਾਂਟੋ ਦਾ ਏਰੀਆ ਹੈ, ਚਾਹੇ ਉਹ ਵੈਨਕੂਵਰ ਦਾ ਇਲਾਕਾ ਆ, ਪੈਸਾ ਚੰਗਾ ਉਹ ਕਮਾਉਂਦੇ ਆ, $1,00,000 ਦੇ ਨੇੜੇ ਸਾਲ ਦਾ ਕਮਾ ਲੈਂਦੇ ਆ, ਪਰ ਇਹਦੇ ਬਾਵਜੂਦ ਵੀ ਇੱਕ ਸਟਾਰਟਰ ਹੋਮ ਚਾਹੀਦਾ, ਉਹਨਾਂ ਨੂੰ ਪਹਿਲਾ ਘਰ ਚਾਹੀਦਾ, ਪਹਿਲਾ ਕੋਂਡੋ ਚਾਹੀਦਾ, ਉਹ ਹੀ ਉਹਨਾਂ ਦੇ ਨੇੜੇ ਤੇੜੇ ਨਹੀਂ ਆ ਰਿਹਾ। ਲਗਾਤਾਰ ਪ੍ਰਾਈਸਿਸ ਜਿਹੜੇ ਪਿਛਲੇ 5 ਸਾਲਾਂ ਤੋਂ ਉੱਤੇ ਜਾਈ ਜਾ ਰਹੇ ਆ, ਅਤੇ ਉਹ ਇਹਨੂੰ ਇਹ ਕਹਿ ਰਹੇ ਆ ਕਿ ਭਾਵੇਂ ਉਹਨਾਂ ਨੇ $50,000 $1,00,000 ਜੋੜ ਵੀ ਲਿਆ ਆਪਣੇ ਕੋਲ ਡਾਊਨ ਪੇਮੈਂਟ ਦੇ ਲਈ, ਪਰ ਘਰ ਮਹਿੰਗੇ ਇੰਨੇ ਆ, ਬਾਵਜੂਦ ਇੰਟਰਸਟ ਰੇਟ ਵਧਣ ਦੇ ਬਾਵਜੂਦ ਜਿਹੜਾ ਇਹ ਸਾਰਾ ਕੁਝ ਕਰਨ ਦੇ ਇਹਦੀਆਂ ਕੀਮਤਾਂ ਥੱਲੇ ਨਹੀਂ ਆ ਰਹੀਆਂ। ਜਿਹੜਾ ਹੋਮ ਪ੍ਰਾਈਸ ਇੰਡੈਕਸ ਆ ਨੈਸ਼ਨਲ ਬੈਂਕ ਦਾ, ਇਹ ਦੱਸ ਰਿਹਾ ਕਿ ਨੈਸ਼ਨਲ ਐਵਰੇਜ 31.2% ਵਧੀ ਆ ਪਿਛਲੇ 2 ਸਾਲਾਂ ਦੇ ਵਿੱਚ, ਜਦੋਂ ਦਾ ਕੋਵਿਡ-19 ਦੁਨੀਆ ਦੇ ਵਿੱਚ ਆਇਆ। ਸੋ ਜੇ ਇੰਨੀ ਮਾਰਕੀਟ ਦੇ ਵਿੱਚ ਵਾਧਾ ਜਿਹੜਾ ਦੱਸਿਆ ਜਾ ਰਿਹਾ ਆ, ਤਾਂ ਇਹ ਜਿਹੜੀ ਨੈਸ਼ਨਲ ਐਵਰੇਜ 31.2% ਤੱਕ ਜਾਣੀ ਛੋਟੀ ਮੋਟੀ ਗੱਲ ਨਹੀਂ ਆ। ਅਤੇ ਇਹ ਹੁਣ ਲਗਾਤਾਰ ਕਈ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਵਧੀ ਆ। ਜਿਹੜੀ ਕੀਮਤਾਂ ਜਿਹੜੀਆਂ ਵਧੀਆਂ ਨੇ ਕਈ ਸ਼ਹਿਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਜਿਹੜਾ ਇੰਡੈਕਸ ਆ, ਇਹ ਪਿਛਲੇ 2 ਸਾਲਾਂ ਦੇ ਵਿੱਚ 65% ਹੈਲੀਫੈਕਸ ਦੇ ਵਿੱਚ ਵਧਿਆ, 55% ਹੈਮਿਲਟਨ ਦੇ ਵਿੱਚ ਵਧਿਆ, 39% ਓਟਵਾ ਦੇ ਵਿੱਚ ਵਧਿਆ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਭਾਵੇਂ ਹੁਣ 0.25 ਪਹਿਲਾਂ ਜਿਹੜਾ ਇੰਟਰਸਟ ਰੇਟ ਆ ਵਧਾਇਆ ਗਿਆ, 0.50 ਫੇਰ ਵਧਾਇਆ ਗਿਆ, ਮਈ ਜੂਨ ਦੇ ਵਿੱਚ ਫੇਰ ਕਹਿ ਰਹੇ ਇੱਕ ਵਾਰੀ ਵਧਣਾ, ਪਰ ਇਹ ਸਾਰੇ ਕੁਛ ਦਾ ਅਸਰ ਭਾਵੇਂ ਮਾਰਕੀਟ ਨੂੰ ਸਲੋ ਕਰਨ ਦੇ ਉੱਤੇ ਪੈ ਰਿਹਾ, ਪਰ ਇੰਨਾ ਜ਼ਿਆਦਾ ਨਹੀਂ ਪੈ ਰਿਹਾ ਕਿ ਅਜੇ ਵੀ ਇਹ ਆਮ ਬੰਦੇ ਦੇ ਵੱਸ ਦੇ ਵਿੱਚ ਘਰ ਆ ਜਾਣ। ਇਹ ਇੱਕ ਵੱਡਾ ਸਵਾਲ ਆ ਕਿ ਕੀ ਇਹ ਇੰਨਾ ਜ਼ਿਆਦਾ ਅਸਰ ਇਹਦੇ ਉੱਤੇ ਪਊਗਾ ਕਿ ਘਰਾਂ ਦੀ ਮਾਰਕੀਟ ਇੱਕ ਆਮ ਲੋਕਾਂ ਦੇ ਵੱਸ ਵਿੱਚ ਆ ਸਕਦੀ ਹੈ। ਪਹਿਲੀ ਵਾਰ ਜਿਹੜਾ ਘਰ ਖਰੀਦ ਲਿਆ, ਕੀ ਉਹ ਇਹ ਘਰ ਆਸਾਨੀ ਨਾਲ ਖਰੀਦ ਸਕੂਗਾ ਜਾਂ ਨਹੀਂ। ਵੈਨਕੂਵਰ ਦੇ ਵਿੱਚ ਕ੍ਰਾਈਮ ਦੀ ਗੱਲਬਾਤ ਅਸੀਂ ਅਕਸਰ ਕਰਦੇ ਹਾਂ, ਅਤੇ ਅੱਜ ਖਬਰ ਇਹ ਆ ਰਹੀ ਹੈ ਕਿ ਇੱਕ ਵਿਅਕਤੀ ਦੀ ਮੌਤ ਹੋਈ ਆ, ਗੋਲੀਆਂ ਚੱਲੀਆਂ ਉੱਥੇ ਪੁਲਿਸ ਆਫਿਸਰ ਅਤੇ ਜਿਹੜਾ ਉਹ ਸਸਪੈਕਟ ਸੀਗਾ, ਉਹਨਾਂ ਦੋਵਾਂ ਦੇ ਵਿਚਕਾਰ ਈਸਟ ਵੈਨਕੂਵਰ ਦੇ ਵਿੱਚ ਬੁੱਧਵਾਰ ਰਾਤ ਦੀ ਇਹ ਖਬਰ ਆ। ਦੱਸਦੇ ਆ ਕਿ 8:30 ਵਜੇ ਰਾਤੀ ਰਿਪੋਰਟ ਆਈ ਆ ਉੱਥੇ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਕਮਰਸ਼ੀਅਲ ਡਰਾਈਵ ਅਤੇ ਈਸਟ 5th ਐਵਨਿਊ ਦੇ ਨੇੜੇ, ਜਿਹਦੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਜਿਹੜੀ ਨਿਊਜ਼ ਇਸ਼ੂ ਕੀਤੀ ਆ, ਉਹਦੇ ਵਿੱਚ ਜਿਹੜੀ ਗੱਲਬਾਤ ਪਤਾ ਲੱਗ ਰਹੀ ਹੈ। ਜਦੋਂ ਉੱਥੇ ਪਹੁੰਚਦੇ ਆ ਅਤੇ ਉੱਥੇ ਕਹਿੰਦੇ ਇੰਟਰੈਕਸ਼ਨ ਹੋਈ ਆ ਗਨ ਫਾਇਰਸ ਦੀ ਇੱਕ ਦੂਜੇ ਦੇ ਨਾਲ, ਅਤੇ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਆ। ਜਿਹੜਾ ਮਾਰਿਆ ਗਿਆ ਇਹ ਆਪਣੇ 40 ਸਾਲਾਂ ਦਾ ਵਿਅਕਤੀ ਆ, ਉਸ ਇਲਾਕੇ ਦੇ ਵਿੱਚ ਹੀ ਰਹਿੰਦਾ ਸੀ, ਉਹਦੀ ਮੌਤ ਹੋ ਗਈ ਆ। ਅਤੇ ਕਮਰਸ਼ੀਅਲ ਡਰਾਈਵ 'ਤੇ ਉੱਥੇ ਕਿਉਂਕਿ ਬਹੁਤ ਸਾਰੇ ਬਾਰਸ ਆ, ਰੈਸਟੋਰੈਂਟਸ ਆ, ਉੱਥੇ ਦੁਕਾਨਾਂ ਆ ਬੰਦ ਰਹੀਆਂ। ਬੁੱਧਵਾਰ ਰਾਤ ਨੂੰ ਪੁਲਿਸ ਨੇ ਉੱਥੇ ਜਾ ਕੇ ਨੇਬਰਹੁੱਡ ਦੇ ਆਲੇ ਦੁਆਲੇ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਕਿਉਂਕਿ ਉੱਥੋਂ ਬੰਦ ਕਰ ਦਿੱਤਾ ਸੀ। ਉਸ ਇਲਾਕੇ ਦੇ ਵਿੱਚ ਲਗਾਤਾਰ ਵੈਨਕੂਵਰ ਦੇ ਵਿੱਚ ਕ੍ਰਾਈਮ ਦੀਆਂ ਗੱਲਾਂ ਬਾਤਾਂ ਵੀ ਸਾਹਮਣੇ ਆਉਂਦੀਆਂ। ਕਈ ਵਾਰੀ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਕਿ ਲਗਾਤਾਰ ਅਸੀਂ ਖਬਰਾਂ ਸਾਂਝੀਆਂ ਕੀਤੀਆਂ। ਕੈਨੇਡਾ ਪੋਸਟ ਨੇ ਚਿੱਠੀਆਂ ਵੰਡਣ ਤੋਂ ਉਸ ਇਲਾਕੇ ਦੇ ਵਿੱਚ ਨਾਂਹ ਕਰ ਦਿੱਤੀ। ਕੱਲ੍ਹ ਫਿਰ ਜਦੋਂ ਉਹਨਾਂ ਨੇ ਧਰਨੇ ਮੁਜ਼ਾਹਰੇ ਦਿੱਤੇ ਸੀ ਪਰਸੋਂ, ਤਾਂ ਫਿਰ ਉੱਥੇ ਉਹਨਾਂ ਨੇ ਚਿੱਠੀਆਂ ਉਹ ਸਰਵਿਸ ਨੂੰ ਰਿਜ਼ਿਊਮ ਕਰ ਦਿੱਤਾ ਸੀ।
ਸੋ ਅੱਜ ਇਹ ਖਬਰ ਆ ਰਹੀ ਹੈ ਕਿ ਕੱਲ੍ਹ ਬੁੱਧਵਾਰ ਰਾਤੀ 8:30 ਵਜੇ ਉੱਥੇ ਪੁਲਿਸ ਦੇ ਨਾਲ ਹੋਈ ਇੰਟਰੈਕਸ਼ਨ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਆ। ਕੌਣ ਸੀਗੇ ਇਹ? ਜਿਹੜੇ ਬ੍ਰਿਟਿਸ਼ ਕੋਲੰਬੀਆ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਆ ਉਹ ਇਹਦੀ ਗੱਲਬਾਤ ਅੱਗੇ ਜਾ ਕੇ ਦੱਸਣਗੇ ਕਿ ਕਿਉਂ, ਕਾਰਨ ਕੀ ਸੀ, ਅਤੇ ਇਹਦੇ ਵਿੱਚੋਂ ਵਿਅਕਤੀ ਦੀ ਜਿਹੜੀ ਆਇਡੈਂਟੀਟੀ ਕੀ ਆ, ਹੋਰ ਉਹਦੇ ਸੰਬੰਧ ਪੁਲਿਸ ਦੇ ਨਾਲ ਕੋਈ ਪੁਰਾਣੇ ਜੁੜਦੇ ਆ ਜਾਂ ਨਹੀਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਖਬਰ ਦੀ ਹੋਰ ਵਿਸਥਾਰ ਜਿਹੜਾ ਹੈ ਸਾਡੇ ਤੱਕ ਪਹੁੰਚੇਗਾ। ਵੈਨਕੂਵਰ ਦੇ ਵਿੱਚ ਅਗਲੀ ਇੱਕ ਹੋਰ ਖਬਰ, ਥੋੜ੍ਹੇ ਦਿਨ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਕਿ ਵੈਨਕੂਵਰ ਦੇ ਵਿੱਚ ਸਿਟੀ ਕੌਂਸਲ ਇੱਕ ਮੋਸ਼ਨ ਲੈ ਕੇ ਆ ਰਹੀ ਹੈ ਕਿ ਜਿਹੜੇ ਕਲੋਜ਼ ਸਰਕਟ ਟੈਲੀਵਿਜ਼ਨਸ ਨੇ, CCTV ਆ, ਉਹ ਵੈਨਕੂਵਰ ਦੇ ਵਿੱਚ ਲਾਏ ਜਾਣ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਕ੍ਰਾਈਮ ਨੂੰ ਰੋਕਿਆ ਜਾ ਸਕੇ। ਸਿਟੀ ਕੌਂਸਲ ਨੇ ਇਹਨੂੰ ਮੰਨਿਆ ਨਹੀਂ। ਇਹ ਮੋਸ਼ਨ ਜਿਹੜਾ ਸੀਗਾ ਇਹਨੂੰ ਮਤਲਬ ਕੈਂਸਲ ਕਰ ਦਿੱਤਾ ਗਿਆ। 8 ਤੇ 1 ਵੋਟ ਪਈ। 9 ਉੱਥੇ ਕੌਂਸਲ ਮੈਂਬਰ ਨੇ ਅਤੇ ਉਹਨਾਂ ਦੇ ਵਿੱਚੋਂ 8 ਜਣੇ ਕਹਿੰਦੇ ਵੀ ਇਹ ਨਹੀਂ ਲਾਉਣੇ ਚਾਹੀਦੇ, ਅਤੇ ਇੱਕ ਨੇ ਕਿਹਾ, ਇਹ ਉਹੀ ਸੀ ਕੌਂਸਲਰ ਮਲੀਜ਼ਾ ਡੀ ਜਨੋਵਾ, ਜਿਹਨੇ ਇਹ ਲਿਆਂਦਾ ਸੀ ਮੋਸ਼ਨ, ਸਿਰਫ ਉਹੀ ਉਹਦੇ ਹੱਕ ਵਿੱਚ ਸੀ, ਬਾਕੀ ਸਾਰਿਆਂ ਨੇ ਉਹਨੇ ਫੇਵਰ ਦੇ ਵਿੱਚ ਵੋਟ ਪਾਈ ਅਤੇ ਬਾਕੀ ਸਾਰਿਆਂ ਨੇ ਉਹਦੇ ਉਲਟ ਵੋਟ ਪਾਈ ਆ। ਉਹਨੇ, ਇਸ ਕੌਂਸਲਰ ਨੇ ਇੱਕ ਬਹੁਤ ਇਮੋਸ਼ਨਲ ਬੇਨਤੀ ਕੀਤੀ ਸੀ ਆਪਣੇ ਨਾਲ ਦੇ ਕੌਂਸਲਰਸ ਨੂੰ ਕਿ ਜਿਹੜਾ ਜਿੰਨੇ ਇੱਥੇ ਮਰਡਰ ਹੋਏ ਆ, ਖਾਸ ਕਰ ਉਹਨੇ ਡਿਆਨਾਮਾ ਜੋਨਸ ਅਤੇ ਰਿਚਰਡ ਜੋਨਸ ਦੇ ਕਤਲ ਦੀ ਗੱਲਬਾਤ ਕੀਤੀ ਸੀ ਸਾਊਥ ਵੈਨਕੂਵਰ ਦੇ ਘਰ ਦੇ ਵਿੱਚ, ਕਿ ਜਿਹੜੀ ਵੀਡੀਓ ਸਰਵੇਲੈਂਸ ਸੀਗੀ ਉਹਦੇ ਤੋਂ ਸਾਨੂੰ ਪਤਾ ਲੱਗਿਆ ਸੀ ਇੱਕ ਜਿਹੜਾ ਹਾਰਡਵੇਅਰ ਸਟੋਰ ਪਰਚੇਜ਼ਿੰਗ ਦੇ ਟੂਲਸ ਯੂਜ਼ ਕੀਤੇ ਗਏ ਸੀ ਉਹਨੂੰ ਟੌਰਚਰ ਕਰਨ ਦੇ ਲਈ ਅਤੇ ਉਹਨੂੰ ਮਾਰਨ ਦੇ ਲਈ, ਡਿਆਨਾ ਅਤੇ ਰਿਚਰਡਸ ਨੂੰ, ਉਹਨਾਂ ਦੇ ਮਾਰਪੋਲ ਘਰ ਦੇ ਵਿੱਚ, ਵੀ ਇਹ ਹੋਣੇ ਚਾਹੀਦੇ ਆ। ਜਿਹੜੇ ਵੀਡੀਓ ਕੈਮਰੇ ਆ ਵੈਨਕੂਵਰ ਦੇ ਵਿੱਚ ਥਾਂ ਥਾਂ 'ਤੇ ਲੱਗਣੇ ਚਾਹੀਦੇ ਆ, ਕਿ ਜੇ ਲੱਗੇ ਹੋਣਗੇ ਤਾਂ ਬਾਕੀ ਜਿਹੜੇ ਐਡਵਾਂਸ ਮੁਲਕਾਂ ਦੇ ਵਿੱਚ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਟੈਕਨੋਲੋਜੀ ਵਰਤੀ ਜਾਂਦੀ ਹੈ, ਪਰ ਦੂਜੇ ਪਾਸੇ ਰਾਈਟਸ ਦੀ ਗੱਲਬਾਤ ਆ ਜਾਂਦੀ ਹੈ ਕਿ ਤੁਹਾਡੀ ਕੀ ਤੁਸੀਂ ਉਹਨਾਂ ਕੈਮਰਿਆਂ ਥੱਲੇ ਤੁਰਨਾ ਪਸੰਦ ਕਰੋਗੇ, ਜਾਂ ਕੀ ਇਹ ਹੋ ਸਕਦਾ ਕਿ ਤੁਸੀਂ ਹਰ ਵੇਲੇ ਕੈਮਰੇ ਦੀ ਨਜ਼ਰ ਦੇ ਵਿੱਚ ਆ ਅਤੇ ਤੁਹਾਡੀ ਪਰਸਨਲ ਆਜ਼ਾਦੀ ਕਿੱਥੇ ਆ, ਤੁਹਾਡੇ ਜਿਹੜੇ ਰਾਈਟਸ ਨੇ ਉਹ ਕਿੱਥੇ ਚਲ ਜਾਂਦੇ ਆ। ਅਤੇ ਇਸ ਮਾਮਲੇ ਦੇ ਵਿੱਚ ਮੋਸ਼ਨ ਲਿਆਂਦਾ ਗਿਆ ਸੀ ਪਰ ਨਹੀਂ ਪਾਸ ਹੋਇਆ, ਅਤੇ ਹੁਣ ਉਹਨੇ ਕਿਹਾ ਵੀ ਅਸੀਂ ਜਿਹੜੇ ਇੱਕ ਬਹੁਤ ਹੀ ਫਰਜਾਈਲ ਮੂਵਮੈਂਟ ਦੇ ਉੱਤੇ ਆ ਡੈਮੋਕ੍ਰੇਸੀ ਦੀ, ਅਤੇ ਜਿਹੜਾ ਇਹ ਵੀ ਕਿਹਾ ਗਿਆ ਕਿ ਜਿਹੜੀ ਜਿੰਨੀ ਸਰਵੇਲੈਂਸ ਅਸੀਂ ਵਧਾ ਦਿੰਦੇ ਹਾਂ ਤਾਂ ਉਹਦੇ ਨਾਲ ਮਸਲਾ ਹੱਲ ਹੋ ਜਾਊਗਾ। ਬਾਕੀ ਜਿਹੜੇ ਜਿਨ੍ਹਾਂ ਨੇ ਉਹਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ ਉਹਨਾਂ ਦਾ ਕਹਿਣਾ ਇਹ ਆ ਕਿ ਇਹਦੇ ਨਾਲ ਕੋਈ ਅਸਰ ਨਹੀਂ ਪਊਗਾ, ਕੋਈ ਬਹੁਤਾ ਵੱਡਾ ਫਰਕ ਚੀਜ਼ਾਂ ਦੇ ਉੱਤੇ ਨਹੀਂ ਪਊਗਾ। ਇਹ ਆਈਡੀਆ ਕੋਈ ਬਹੁਤਾ ਜਿਹੜਾ ਇਸ ਤਰ੍ਹਾਂ ਦਾ ਕਿ ਉਹ ਸੁਸਾਇਟੀ ਜਿਹੜੀ ਸਾਰੀ ਕੈਮਰਿਆਂ ਦੇ ਥੱਲੇ ਹੋਵੇ ਅਤੇ ਇਹਦੇ ਨਾਲ ਕੋਈ ਸਮੱਸਿਆ ਹੱਲ ਨਹੀਂ ਹੋ ਸਕਦੀ, ਕਿ ਲੋਕਾਂ ਨੂੰ ਆਪ ਜਾਗਰੂਕ ਹੋਣਾ ਚਾਹੀਦਾ ਜਾਂ ਹੋਰ ਤਰੀਕੇ ਲੱਭਣੇ ਚਾਹੀਦੇ ਆ। ਅਤੇ ਹੁਣ ਜਿਹੜਾ ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਜਦੋਂ ਲੈਕ ਆਫ ਐਵੀਡੈਂਸ ਹੁੰਦਾ ਉਸ ਵੇਲੇ ਇਹ ਚੀਜ਼ ਵਰਤੋਂ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਜਿਹੜੇ ਵੀ ਇਹਦੇ ਹੱਕ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਸੀ, ਪਰ ਹੁਣ ਜਿਹੜੀ ਆ ਇਹ ਗੱਲਬਾਤ ਨੂੰ ਨਕਾਰ ਦਿੱਤਾ ਗਿਆ ਅਤੇ ਵੈਨਕੂਵਰ ਦੇ ਵਿੱਚ ਹੋਰ ਕੈਮਰੇ ਨਹੀਂ ਲੱਗਣਗੇ। ਇੱਕ ਹੋਰ ਵੈਨਕੂਵਰ ਦੇ ਵਿੱਚ ਅੱਜ ਚਰਚਾ ਜਿਹੜੇ ਖਾਲੀ ਘਰਾਂ ਦੇ ਉੱਤੇ ਟੈਕਸ ਦੀ ਸਾਹਮਣੇ ਆਈ ਹੈ। ਵੈਨਕੂਵਰ ਦੇ ਵਿੱਚ ਜੇਕਰ ਤੁਸੀਂ ਰਹਿੰਦੇ ਆ ਅਤੇ ਘਰ ਤੁਹਾਡਾ ਖਾਲੀ ਹੈ ਅਤੇ ਉਹਦੇ ਉੱਤੇ ਤੁਹਾਨੂੰ ਹੋਰ ਟੈਕਸ ਦੇਣਾ ਪਊਗਾ। ਐਮਟੀ ਹੋਮ ਟੈਕਸ ਵਧਾ ਦਿੱਤਾ ਜਾਊਗਾ 3% ਤੋਂ 5% ਤੱਕ। ਮੋਸ਼ਨ ਇੰਟਰੋਡਿਊਸ ਕੀਤਾ ਸੀ ਵੈਨਕੂਵਰ ਦੇ ਮੇਅਰ ਨੇ ਖੁਦ, ਕੈਨੇਡੀ ਸਟੀਵਰਟ ਨੇ, ਜਿਹਦੇ ਵਿੱਚ ਕਿਹਾ ਸੀ ਕਿ ਇੱਕ ਪਾਸੇ ਤਾਂ ਲੋਕ ਘਰ ਲੱਭ ਰਹੇ ਆ, ਇੱਥੇ ਅਸੀਂ ਸਪਲਾਈ ਦੀ ਗੱਲਬਾਤ ਕਰਦੇ ਹਾਂ, ਡਿਮਾਂਡ ਦੀ ਗੱਲਬਾਤ ਕਰਦੇ ਹਾਂ, ਅਤੇ ਦੂਜੇ ਪਾਸੇ ਸਾਡੇ ਕੋਲ ਘਰ ਹੈ ਨਹੀਂ ਗੇ, ਤਾਂ ਜਿਹੜੇ ਘਰ ਖਾਲੀ ਪਏ ਆ ਉਹਨਾਂ ਦੇ ਉੱਤੇ ਟੈਕਸ ਹੋਰ ਵਧਾ ਦਿੱਤਾ ਜਾਵੇ। ਪਿਛਲੇ ਸਮੇਂ ਦੇ ਵਿੱਚ ਟੈਕਸ ਵਧਾਇਆ ਵੀ ਗਿਆ, ਜਿਹੜਾ ਉਹਦਾ ਨਤੀਜਾ ਵੀ ਇਹ ਨਿਕਲਿਆ ਕਿ ਵੈਨਕੂਵਰ ਦੇ ਵਿੱਚ ਜਿਹੜਾ ਵੈਕੈਂਸੀ ਰੇਟ ਆ ਉਹ ਘਟ ਗਿਆ। ਜਿਹੜੇ ਇਸ ਵੇਲੇ ਕਿਉਂਕਿ ਕੀਮਤਾਂ ਜਿਹੜੇ ਕਿਰਾਏ ਆ ਉਹ ਵੀ ਬਹੁਤ ਜ਼ਿਆਦਾ ਵਧੇ ਆ। ਇਸ ਮੋਸ਼ਨ ਦੇ ਵਿੱਚ ਮੇਅਰ ਨੇ ਇਹ ਲਿਖਿਆ ਸੀ ਕਿ 15% ਵੇਕੈਂਟ ਪ੍ਰੋਪਰਟੀਜ਼ ਦੇ ਵਿੱਚ ਕਮੀ ਆਈ ਆ। ਭਾਵ ਜਿੰਨੀਆਂ ਪ੍ਰੋਪਰਟੀਜ਼ ਪਹਿਲਾਂ ਖਾਲੀ ਸੀਗੀਆਂ ਇਹ ਟੈਕਸ ਦੇ ਨਾਲ 15% ਉਹ ਘਟ ਗਈਆਂ। ਅਤੇ ਇਹ ਵੀ ਦੱਸਦੇ ਆ ਕਿ $20 ਮਿਲੀਅਨ ਸਿਟੀ ਦੇ ਖਾਤੇ ਦੇ ਵਿੱਚ ਵੀ ਇਹਦੇ ਨਾਲ ਆਇਆ ਆ। ਅਤੇ ਬੁੱਧਵਾਰ ਨੂੰ ਇਹ ਮੋਸ਼ਨ ਰਾਤ ਨੂੰ ਪਾਸ ਕੀਤਾ ਗਿਆ। ਬਹੁਤ ਸਾਰੇ ਕੌਂਸਲਰ ਇਹਦੇ ਉੱਤੇ ਐਗਰੀ ਕਰ ਗਏ ਆ ਕਿ ਜਿਹੜਾ ਇਹਨੂੰ ਟੈਕਸ ਲਾਇਆ ਜਾਣਾ ਚਾਹੀਦਾ, ਅਤੇ ਹੁਣ ਇਹਦਾ ਤਰੀਕਾ ਕੀ ਹੋਣਾ ਚਾਹੀਦਾ ਉਹਦੇ ਬਾਰੇ ਵੀ ਗੱਲਾਂ ਬਾਤਾਂ ਚੱਲ ਰਹੀਆਂ। ਸੋ ਜਿਹੜਾ ਵੈਕੈਂਸੀ ਟੈਕਸ ਆ ਜਦੋਂ ਵੱਧ ਜਾਂਦਾ ਉਹਦੇ ਨਾਲ ਜਿਹੜਾ ਇੱਕ ਤਾਂ ਸਮੱਸਿਆ ਇਹ ਹੱਲ ਹੁੰਦੀ ਆ ਕਿ ਸਿਟੀ ਦੇ ਖਾਤੇ ਵਿੱਚ ਪੈਸੇ ਜ਼ਿਆਦਾ ਆਉਂਦੇ ਆ, ਅਤੇ ਦੂਜਾ ਉਹਦੇ ਨਾਲ ਇਹ ਹੁੰਦਾ ਵੈਕੈਂਸੀ ਘਟ ਜਾਂਦੀ ਆ, ਵੇਕੈਂਟ ਹੋਮਸ ਘਟ ਜਾਂਦੇ ਆ, ਸਾਰੇ ਆਕੂਪਾਈ ਹੋ ਜਾਂਦੇ ਆ, ਅਤੇ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੀ ਜਿਹੜੀ ਘਰਾਂ ਦੀ ਮੰਗ ਆ ਉਹ ਵੀ ਪੂਰੀ ਹੁੰਦੀ ਹੈ। ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਆ।
ਇਸ ਵੇਲੇ ਘਰਾਂ ਦੀ ਮਾਰਕੀਟ ਕਿੱਧਰ ਨੂੰ ਜਾ ਰਹੀ ਆ? ਕੀ ਘਰ ਮਹਿੰਗੇ ਹੋ ਰਹੇ ਆ, ਸਸਤੇ ਹੋ ਰਹੇ ਆ? ਅਸੀਂ ਉਹਦੇ ਬਾਰੇ ਹਮੇਸ਼ਾ ਗੱਲਬਾਤ ਤੁਹਾਡੇ ਨਾਲ ਕਰਦੇ ਰਹਿੰਦੇ ਆ। ਅੱਜ ਕੀ ਅਪਡੇਟ ਆ, ਇਸ ਵੇਲੇ ਸਥਿਤੀ ਕੀ ਆ, ਗੱਲਬਾਤ ਕਰਨ ਦੇ ਲਈ ਅਸੀਂ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਹੋਣਾ ਨਾਲ ਹਾਜ਼ਰ ਹੋਏ ਹਾਂ। ਡਾਕਟਰ ਸਾਹਿਬ, ਹੁਣ ਕੰਮ ਕੁਛ ਘਟਿਆ ਆ, ਰੀਅਲਟਰਾਂ ਦਾ ਘੱਟ ਸਰਗਰਮੀ ਹੋ ਰਹੀ ਆ, ਘਰ ਘੱਟ ਵਿਕ ਰਹੇ ਆ, ਜਾਂ ਕੀ ਸਥਿਤੀ ਹੈ ਜੀ? ਬਿਲਕੁਲ ਜੀ, ਜਿਸ ਤਰ੍ਹਾਂ ਮਾਰਕੀਟ ਇਸ ਵੇਲੇ ਪਹਿਲਾਂ ਵਾਂਗ ਤੇਜ਼ ਨਹੀਂ ਹੈ, ਸੋ ਜਿਹੜੇ ਤਾਂ ਫੁੱਲ ਟਾਈਮ ਰੈਲਟਰ ਨੇ ਉਹ ਤਾਂ ਆਪਣੇ, ਕਿਉਂਕਿ ਉਹਨਾਂ ਦਾ ਪੇਸ਼ਾ ਹੀ ਪਹਿਲਾਂ ਇਹ ਆ, ਉਹ ਤਾਂ ਟਿਕਾ ਨਾਲ ਬੈਠੇ ਨੇ। ਜਿਹੜੇ ਇੱਕ ਹਵਾ ਦੇ ਬੁੱਲੇ ਵਾਂਗੂ ਆਏ ਸੀ ਉਹ ਉਵੇਂ ਹੁਣ ਵਾਪਸ ਵੀ ਜਾ ਰਹੇ ਨੇ। ਫਰਕ ਹੁੰਦਾ ਕਿਉਂਕਿ ਕਈਆਂ ਨੇ ਤਾਂ ਚਾਈ ਰੀਅਲ ਸਟੇਟ ਦਾ ਇਹ ਸੋਚਿਆ ਜਦੋਂ ਮਾਰਕੀਟ ਤੱਤੀ ਸੀ ਵੀ ਤਵਾ ਗਰਮ ਹੈ ਅਤੇ ਆਪਾਂ ਫਟਾਫਟ ਰੋਟੀਆਂ ਲਾ ਲੈਂਦੇ ਹਾਂ। ਪਰ ਹੁਣ ਪਤਾ ਲੱਗਦਾ ਕਿ ਅਸਲ ਦੇ ਵਿੱਚ ਜਿਹੜਾ ਇਹ ਕੰਮ ਹੈ ਇਹ ਕੋਈ ਪਾਰਟ ਟਾਈਮ ਜੋਬ ਨਹੀਂ ਹੈ, ਇਹ ਪੂਰਾ ਧਿਆਨ ਮੰਗਦੀ ਹੈ ਅਤੇ ਇਸ 'ਤੇ ਆਪਣੇ ਆਪ ਨੂੰ ਕੇਂਦਰਿਤ ਕਰਕੇ ਕਰਨਾ ਚਾਹੀਦਾ। ਸੋ ਕਈ ਵਾਰ ਕੱਚ ਘੜ ਕਿਸਮ ਦੀ ਪਹੁੰਚ ਵਾਲੇ ਜਿਹੜੇ ਲੋਕ ਹੁੰਦੇ ਨੇ ਉਹ ਚਲੰਤ ਕਿਸਮ ਦੇ ਢੰਗ ਦੇ ਨਾਲ ਗਰਮ ਮਾਰਕੀਟ ਦੇ ਵਿੱਚ ਤਾਂ ਸਰਗਰਮ ਰਹਿੰਦੇ ਨੇ। ਹੁਣ ਉਹ ਪਰੇ ਹਟ ਰਹੇ ਨੇ, ਪਰ ਇਹਦੇ ਬਾਵਜੂਦ ਜਿਹੜੇ ਲੰਮੇ ਸਮੇਂ ਤੋਂ ਜਾਂ ਅੱਜ ਵੀ ਜਿਹੜੇ ਸੁਲਝੇ ਨਵੇਂ ਨੌਜਵਾਨ ਵਰਗ ਦੇ ਆ ਰਹੇ ਨੇ ਉਹ ਇਸ ਨੂੰ ਇਸ ਤਰ੍ਹਾਂ ਲੈ ਰਹੇ ਨੇ ਕਿ ਰਾਤੋਂ ਰਾਤ ਜਿਹੜਾ ਹੈ ਅਮੀਰ ਬਣਨ ਦਾ ਤਰੀਕਾ ਨਹੀਂ ਹੈ। ਰੀਅਲ ਸਟੇਟ ਇੱਕ ਸੰਜੀਦਾ ਕਿਸਮ ਦੀ ਪਹੁੰਚ ਹੈ ਜਿੱਥੇ ਹਰ ਕੋਈ ਆਪਣਾ ਸਾਰੀ ਉਮਰ ਦੀ ਕਮਾਈ ਤੁਹਾਡੀ ਝੋਲੀ 'ਚ ਪਾਉਂਦਾ ਅਤੇ ਤੁਸੀਂ ਇਉਂ ਨਹੀਂ ਕਿ ਆਪਣਾ ਕਮਿਸ਼ਨ ਬਣਾਇਆ ਅਤੇ ਤੁਰਦੇ ਬਣੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਉਹੀ ਟਿਕਣਗੇ ਰੈਲਟਰ ਜਿਹੜੇ ਗੰਭੀਰ ਨੇ, ਸੰਜੀਦਾ ਨੇ, ਜਾਂ ਜਿਹੜੇ ਆਪਣੇ ਕਲਾਇੰਟਸ ਦੇ ਨਾਲ ਲੰਮੇ ਸੰਬੰਧਾਂ ਦੇ ਵਿੱਚ ਵਿਚਰਦੇ ਨੇ। ਸੋ ਇਹਦਾ ਮਤਲਬ ਇਹ ਵੀ ਸਮਝਿਆ ਜਾਵੇ ਵੀ ਮਾਰਕੀਟ ਠੰਡੀ ਹੋ ਚੁੱਕੀ ਆ, ਘਰ ਨਹੀਂ ਵਿਕ ਰਹੇ। ਸਮਝਿਆ ਕਿ ਜੀ ਇਹ ਤਾਂ ਤੱਥ ਹੈ। ਪਿਛਲੇ ਹੁਣ ਲਗਾਤਾਰ ਕੁਝ ਹਫ਼ਤਿਆਂ ਤੋਂ ਇਸ ਨਮੂਨੇ ਨੂੰ ਅਸੀਂ ਦੇਖ ਰਹੇ ਹਾਂ ਕਿ ਮਾਰਕੀਟ ਦੇ ਵਿੱਚ ਇਨਵੈਂਟਰੀ ਹੁਣ ਆ ਰਹੇ ਨੇ, ਘਰ ਵੀ ਆ ਰਹੇ ਨੇ। ਵਿਕਰੇਤਾ ਜਿਹੜੇ ਆ ਉਹ ਘਰਾਂ 'ਚ ਵੜ ਚੁੱਕੇ ਨੇ। ਉਹਨਾਂ ਨੂੰ ਇਉਂ ਜਾਪਦਾ ਕਿ ਹੁਣ ਇਹ ਟਾਈਮ ਨਹੀਂ ਹੈ ਘਰ ਲੈਣ ਦਾ, ਜਿੱਥੇ ਕਿ ਕਿਤੇ ਨਾ ਕਿਤੇ ਕੁਤਾਹੀ ਵੀ ਹੈ, ਕਿਉਂਕਿ ਖਰੀਦਣ ਦਾ ਸਮਾਂ ਉਦੋਂ ਹੁੰਦਾ ਜਦੋਂ ਮਾਰਕੀਟ ਜਿਹੜੀ ਹੈ ਇੱਕ ਬਾਇਰ ਦੀ ਜਿਸ ਤਰ੍ਹਾਂ ਦੀ ਹੁੰਦੀ ਹੈ ਕਿ ਚੀਜ਼ਾਂ ਬਹੁਤ ਨੇ, ਸਪਲਾਈ ਬਹੁਤ ਹੈ ਅਤੇ ਡਿਮਾਂਡ ਜਿਹੜੀ ਹੈ ਉਸ ਵੇਲੇ ਉਨੀ ਨਹੀਂ ਹੈ। ਉਸ ਵੇਲੇ ਜੇਕਰ ਤੁਸੀਂ ਵਧੀਆ ਕੀਮਤ 'ਤੇ ਖਰੀਦ ਸਕਦੇ ਹੋ ਤਾਂ ਇੱਕ ਸੁਨਹਿਰੀ ਮੌਕਾ ਹੁੰਦਾ। ਪਰ ਸਾਡੇ ਕਈ ਵਾਰ ਸੁਭਾਅ ਦਾ ਇਹ ਹਿੱਸਾ ਹੁੰਦਾ, ਜਿਵੇਂ ਖੁੰਡਾਂ 'ਤੇ ਚਰਚਾ ਕਰਨੀ, ਸੱਥਾਂ 'ਚ ਬੈਠ ਕੇ ਚਰਚਾ ਕਰਨੀ, ਉੱਥੇ ਸਾਰੇ ਸਿਰੇ ਦੇ ਵਿਦਵਾਨ ਹੁੰਦੇ ਆ। ਕਈਆਂ ਨੂੰ ਜਿੰਨਾ ਕੁ ਪਤਾ ਹੁੰਦਾ ਉਹ ਇੱਕ ਇੱਦਾਂ ਕੋਈ ਨਾ ਕੋਈ ਗੱਲ ਕਰ ਦਿੰਦਾ, 5-7 ਉਵੇਂ ਚੱਲ ਪੈਂਦੇ ਆ। ਆਪਣੀ ਬੁੱਧੀ ਨੂੰ, ਦਿਮਾਗ ਨੂੰ ਅਤੇ ਆਪਣੀ ਜੇਬ ਨੂੰ ਸਮਝੋ, ਵਿਚਾਰੋ ਅਤੇ ਫਿਰ ਕਦਮ ਚੁੱਕੋ। ਮੈਨੂੰ ਜਾਪਦਾ ਕਿ ਇਹੋ ਜਿਹੀ ਮਾਰਕੀਟ ਬਾਇਰ ਲਈ ਸਹੀ ਮਾਰਕੀਟ ਹੈ। ਇਸ ਵੇਲੇ ਹੁਣ ਸਥਿਤੀ ਕੀ ਆ? ਅਤੇ ਜੇ ਘਰਾਂ ਦੀਆਂ ਕੀਮਤਾਂ ਵੀ ਘਟੀਆਂ ਆ ਅਤੇ ਸੇਲ ਵੀ ਘਟੀ ਆ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਥੱਲੇ ਜਾਣ ਦੀ ਸੰਭਾਵਨਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ? ਇੱਕ ਲਿਮਿਟ ਹੁੰਦੀ ਹੈ ਹਰੇਕ ਚੀਜ਼ ਦੀ। ਇੱਕ ਤਾਂ ਉਹ ਇਨਵੈਸਟਰ ਨੇ, ਡਿਵੈਲਪਰ ਨੇ, ਜਾਂ ਕੋਈ ਵੀ ਨੇ, ਉਹਨਾਂ ਦੇ ਇੱਕ ਖਾਸ ਦਾਇਰੇ ਨੇ ਕਿ ਉਹ ਅਫੋਰਡ ਨਹੀਂ ਕਰ ਸਕਦੇ। ਜਿਨ੍ਹਾਂ ਨੇ ਪ੍ਰਾਈਵੇਟ ਮੌਰਗੇਜ ਚੱਕੀ ਹੈ, ਬੀ ਲੈਂਡਰ ਤੋਂ ਪੈਸੇ ਲਏ ਨੇ, ਉਹ ਤਾਂ ਮਜਬੂਰ ਨੇ। ਪਰ ਜਿਨ੍ਹਾਂ ਨੇ ਆਪਣੇ ਰਹਿਣ ਵਾਸਤੇ ਉਹ ਥਾਂ ਬਣਾਇਆ ਉਹ ਮਜਬੂਰ ਨਹੀਂ। ਉਹ ਬਦਲ ਜ਼ਰੂਰ ਸਕਦੇ ਨੇ, ਇੱਕ ਪ੍ਰਾਪਰਟੀ ਵੇਚ ਕੇ ਹੋਰ ਲੈ ਸਕਦੇ ਨੇ, ਪਰ ਉਹਨਾਂ ਨੂੰ ਇੱਕ ਖਾਸ ਹੱਦ ਤੋਂ ਬਾਅਦ ਮਹਿਸੂਸ ਹੋਣਾ ਕਿ ਇਸ ਤੋਂ ਥੱਲੇ ਜੇਕਰ ਅਸੀਂ ਵੇਚਦੇ ਹਾਂ ਤਾਂ ਸਾਨੂੰ ਇਹ ਖਰਾ ਨਹੀਂ ਹੈ ਸੌਦਾ, ਸਾਡੇ ਲਈ ਇਹ ਵਾਰਾ ਨਹੀਂ ਖਾਂਦਾ। ਉਹਨਾਂ ਨੇ ਕੀ ਕਰਨਾ? ਉਹਨਾਂ ਨੇ ਕਹਿਣਾ ਮਾਰਕੀਟ 'ਚੋਂ ਪ੍ਰਾਪਰਟੀ ਕੱਢ ਲਓ। ਜਦੋਂ ਪ੍ਰਾਪਰਟੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਫਿਰ ਜਿਹੜੀ ਹੈ ਡਿਮਾਂਡ ਜਿਹੜੀ ਵੱਧ ਜਾਣੀ ਹੈ, ਸਪਲਾਈ ਘੱਟ ਜਾਣੀ ਹੈ। ਸੋ ਇਹ ਸੰਤੁਲਨ ਵਿਗੜਨ ਦੇ ਨਾਲ ਹੀ ਫਿਰ ਬਾਇਰ ਵੀ ਬਾਹਰ ਨਿਕਲਣਗੇ, ਫਿਰ ਕੰਪੀਟੀਸ਼ਨ ਵਧੇਗਾ। ਸੋ ਮੈਨੂੰ ਇਹ ਜਾਪਦਾ ਹੈ ਕਿ ਜਿਸ ਤਰੀਕੇ ਨਾਲ ਇਸ ਵੇਲੇ ਸਮਾਂ ਹੈ ਉਸ ਸਮੇਂ ਦੇ ਮੁਤਾਬਕ ਸੈਲਰ ਨੇ ਘੱਟ ਕੀਮਤਾਂ ਦਾ ਇੱਕ ਦਾਇਰਾ ਮਿਥਿਆ ਹੋਇਆ ਕਿ ਜਿੰਨਾ ਕੁ ਉਹਨੂੰ ਲਾਗਤ ਕੀਮਤ ਤੋਂ ਕੁਛ ਨਫਾ ਮਿਲ ਜਾਂਦਾ, ਪਰ ਉਸ ਤੋਂ ਬਾਅਦ ਉਹ ਨਿਸ਼ਚਿਤ ਕਰ ਲੈਂਦਾ ਕਿ ਇਸ ਤੋਂ ਸਸਤੀ ਪ੍ਰਾਪਰਟੀ ਨਹੀਂ ਵੇਚਣੀ ਅਨਲੈਸ ਉਹਦੀ ਕੋਈ ਵੱਡੀ ਮਜਬੂਰੀ ਨਾ ਹੋਵੇ। ਹੁਣ ਜਦੋਂ ਮਾਰਕੀਟ ਤੇਜ਼ ਸੀਗੀ, ਲਾਈਨਾਂ ਲੱਗੀਆਂ ਸੀ ਲੋਕਾਂ ਦੀਆਂ ਜਿਹੜੇ ਓਪਨ ਹਾਊਸਿਸ ਦੇ ਵਿੱਚ ਵੀ, ਹੁਣ ਕੀਮਤਾਂ ਘਟ ਗਈਆਂ। ਹੁਣ ਉਹ ਬਾਇਰ ਕਿੱਥੇ ਗਿਆ? ਕੀ ਉਹ ਬਾਇਰ ਖਤਮ ਹੋ ਗਏ, ਉਹ ਸਾਰੀ ਸੰਤੁਸ਼ਟ ਹੋ ਗਏ, ਜਾਂ ਅਜੇ ਹੋਰ ਉਡੀਕ ਕਰ ਰਿਹਾ ਵੀ ਹੋਰ ਘਟਣਗੇ? ਕਿਤੇ ਨਹੀਂ ਗਏ, ਇੱਥੇ ਹੀ ਆ, ਪ੍ਰਚਾਰ ਦਾ ਹੀ ਹੈ। ਕਈ ਵਾਰ ਪ੍ਰਚਾਰ ਸਿਰੇ ਦਾ ਹੋ ਜਾਂਦਾ ਵੀ ਜੀ ਗਿਆ ਸਭ ਕੁਛ, ਕਈ ਵਾਰ ਹੁੰਦਾ ਮਿਲਣਾ ਹੀ ਨਹੀਂ ਕੁਛ। ਅੱਗੇ ਇਹੋ ਜਿਹਾ ਚੱਲਿਆ ਵੀ ਕੱਖ ਨਹੀਂ ਮਿਲਣਾ, ਇੱਕ ਦੂਜੇ ਦੇ ਉੱਤੋਂ ਦੀ ਹੋ ਗਏ। ਆਪਣਾ ਐਨਾਲਿਸਿਸ ਘੱਟ ਕੀਤਾ ਹੁੰਦਾ, ਵਿਸ਼ਲੇਸ਼ਣ। ਜਿਵੇਂ ਹੁਣ ਤੁਸੀਂ ਚੈਨਲ ਦੇ ਮਾਧਿਅਮ ਰਾਹੀਂ ਬਾਰੀਕੀ ਦੇ ਨਾਲ ਸਮੇਂ-ਸਮੇਂ ਦੱਸ ਰਹੇ ਹੋ, ਲੋਕਾਂ ਨੂੰ ਪਤਾ ਲੱਗ ਰਿਹਾ। ਬਾਇਰ ਵੀ ਇੱਥੇ ਆ, ਖਰੀਦਦਾਰ ਖਤਮ ਨਹੀਂ ਹੋਏ। ਜਿਹੜੇ ਇਸ ਵੇਲੇ ਬੇਸਮੈਂਟਾਂ 'ਚ ਬੈਠੇ ਆ ਉਹਨਾਂ ਨੇ ਕੁਛ ਨਾ ਕੁਛ ਤਾਂ ਲੈਣਾ ਹੀ ਆ। ਆਰੰਭ ਦੇ ਵਿੱਚ ਉਹ ਅਪਾਰਟਮੈਂਟ ਲੈਣਗੇ, ਉਦੋਂ ਅੱਗੇ ਟਾਊਨ ਹਾਊਸ ਲੈਣਗੇ, ਟਾਊਨ ਹਾਊਸ ਵਾਲੇ ਘਰ ਲੈਣਗੇ, ਠੀਕ ਹੈ। ਹੁਣ ਉਹਨਾਂ ਨੂੰ ਸਿਰਫ ਇਹੀ ਹੈ ਕਿ ਯਾਰ ਕੀਮਤਾਂ ਆ ਪਿਛਲੇ 2 ਮਹੀਨਿਆਂ 'ਚ ਘਟੀਆਂ ਅਤੇ ਹੁਣ ਹੋਰ ਘਟਣਗੀਆਂ, ਹੋਰ ਘਟਣਗੀਆਂ। ਇਸੇ ਚੱਕਰ ਦੇ ਵਿੱਚ ਕਈ ਵਾਰ ਵਧੀਆ ਸੌਦੇ ਅਸੀਂ ਗਵਾ ਲੈਂਦੇ ਹਾਂ।
ਜਦ ਕਿ ਚਾਹੀਦਾ ਇਹ ਹੈ ਕਿ ਹੁਣ ਜਿਹੜਾ ਸਮਾਂ, ਉਸ ਸਮੇਂ ਦੇ ਵਿੱਚ ਜਿਹੜੇ ਬਾਇਰ ਘਰਾਂ 'ਚ ਬੈਠੇ ਨੇ, ਜਿਹੜੇ ਬਾਹਰ ਨਿਕਲਣ ਦੇ ਲਈ, ਜਿਨ੍ਹਾਂ ਨੂੰ ਇਉਂ ਲੱਗਦਾ ਜਦੋਂ ਤੁਸੀਂ ਹੁਣ ਵਧੀਆ ਡੀਲ ਵੀ ਮਿਲ ਰਹੀ ਹੈ, ਪਹਿਲਾਂ ਅੱਜ ਤੋਂ 2 ਮਹੀਨੇ ਪਹਿਲਾਂ ਉਹ ਨੇੜੇ ਤੇੜੇ ਵੀ ਨਹੀਂ ਸੀ, ਅੱਜ ਜਦੋਂ ਵਧੀਆ ਮਿਲ ਰਹੀ ਉਹ ਕਹਿੰਦੇ ਠਹਿਰ ਜੋ ਜੀ ਹੋਰ ਘਟ ਜਾਣਗੇ, ਕਿਉਂਕਿ ਉਹਨਾਂ ਦੇ ਜਿਹੜੇ ਉਹਨਾਂ ਨੂੰ ਸਲਾਹਕਾਰ ਕਮੇਟੀ ਹੈ ਨਾ, ਉਹਨਾਂ ਦੇ ਆਲੇ ਦੁਆਲੇ ਜਿੱਥੇ ਚਰਚ ਵਾਲੇ, ਉਹਨਾਂ ਨੂੰ ਜ਼ਿਆਦਾ ਰੈਲਟਰ ਤੋਂ ਜ਼ਿਆਦਾ ਗਿਆਨ ਹੁੰਦਾ, ਉਹ ਜ਼ਿਆਦਾ ਸੋਝੀ ਰੱਖਦੇ ਨੇ। ਉਹ ਕਈ ਵਾਰ ਐਸੀਆਂ ਗੱਲਾਂ ਛੱਡ ਦਿੰਦੇ ਨੇ ਜਿਨ੍ਹਾਂ ਗੱਲਾਂ ਦਾ ਕੋਈ ਆਧਾਰ ਨਹੀਂ ਹੁੰਦਾ ਅਤੇ ਨੁਕਸਾਨ ਹੋ ਜਾਂਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਪੇਸ਼ਾਵਰ ਪਹੁੰਚ ਵਾਲੇ ਬੰਦੇ ਨੇ ਉਹਨਾਂ ਨਾਲ ਬੈਠੋ, ਮੀਟਿੰਗ ਕਰੋ, ਅਤੇ ਜੇਕਰ ਤੁਹਾਨੂੰ ਜਾਪਦਾ ਇਹ ਕਿ ਤੁਸੀਂ ਸੱਚਮੁੱਚ ਲੋੜਵੰਦ ਹੋ ਪ੍ਰਾਪਰਟੀ ਦੇ, ਤਾਂ ਇਹ ਮਾਰਕੀਟ ਬਾਇਰ ਦੀ ਮਾਰਕੀਟ ਕਹੀ ਜਾ ਸਕਦੀ ਹੈ। ਖਰੀਦਦਾਰ ਦੀ ਮਾਰਕੀਟ ਦੇ ਵਿੱਚ ਖਰੀਦਦਾਰ ਨੂੰ ਬਾਹਰ ਨਿਕਲਣਾ ਚਾਹੀਦਾ ਹੈ। ਇਹਦੇ ਵਿੱਚ ਕਈ ਵਾਰ ਇਹ ਵੀ ਗੱਲ ਹੁੰਦੀ ਵੀ ਰੀਅਲਟਰ ਇਹ ਸਾਰੀ ਗੱਲਬਾਤ ਇੱਕ ਸਿਰਜਦੇ ਆ ਵੀ ਹੁਣ ਮਾਰਕੀਟ ਤੇਜ਼ ਹੋ ਗਈ, ਹੁਣ ਹੌਲੀ ਹੋ ਗਈ। ਰੀਅਲਟਰ ਦਾ ਕਿੰਨਾ ਕੁ ਰੋਲ ਹੁੰਦਾ ਇਸ ਗੱਲ ਦੇ ਵਿੱਚ ਵੀ ਉਹ ਜ਼ਿਆਦਾ ਸਰਗਰਮ ਕਰੇ, ਜਾਂ ਇਹਦੇ ਕਹਿਣ ਨਾਲ ਕੋਈ ਰੀਅਲਟਰਸ ਦੇ ਕਹਿਣ ਨਾਲ ਕੋਈ ਫਰਕ ਪੈਂਦਾ ਮਾਰਕੀਟ 'ਚ? ਜਦੋਂ ਪ੍ਰਾਪਰਟੀ ਕਿਸੇ ਨੇ ਲਿਸਟ ਕਰਨੀ ਹੈ ਤਾਂ ਰੀਅਲਟਰ ਨੂੰ ਸੱਦ ਕੇ ਉਹ ਕਹਿੰਦਾ ਇਦੋਂ ਘੱਟ ਮੈਂ ਵੇਚਣੀ ਨਹੀਂ। ਜਦੋਂ ਪ੍ਰਾਪਰਟੀ ਕਿਸੇ ਨੇ ਖਰੀਦਣੀ ਹੈ, ਰੀਅਲਟਰ ਨੂੰ ਸੱਦ ਕੇ ਕਹਿੰਦਾ ਇਦੋਂ ਵੱਧ ਮੈਂ ਲੈਣੀ ਨਹੀਂ। ਤਾਂ ਰੀਅਲਟਰ ਦਾ ਉਸ ਦੇ ਵਿੱਚ ਕੀ ਕਸੂਰ ਰਹਿ ਗਿਆ? ਕੁਛ ਵੀ ਨਹੀਂ। ਸਿਰਫ ਇਹ ਹੈ ਕਿ ਆਪਣੇ ਅਨੁਭਵ ਤਜਰਬੇ ਨੂੰ ਵਰਤੇ, ਇਹ ਦੱਸੇ ਕਿ ਹਾਂ ਇਸ ਮਾਰਕੀਟ ਦੇ ਵਿੱਚ ਤੈਨੂੰ ਵੱਧ ਤੋਂ ਵੱਧ ਇੰਨੇ ਪੈਸੇ ਮਿਲ ਸਕਦੇ ਆ, ਇਦੋਂ ਵੱਧ ਨਹੀਂ। ਸੋ ਜੇ ਤੂੰ ਫੈਸਲਾ ਕਰਦਾ ਤਾਂ ਵਧੀਆ, ਅਤੇ ਖਰੀਦਣ ਵਾਲੇ ਨੂੰ ਵੀ ਇਸ ਗੱਲ ਲਈ ਚਾਨਣ ਕਰ ਦੇਵੇ, ਕੰਪੈਰੇਬਲ ਰੱਖੇ ਉਹਦੇ ਕੋਲੇ ਉਸ ਏਰੀਏ ਦੇ ਵਿੱਚ, ਉਹਨਾਂ ਤਾਰੀਖਾਂ ਦੇ ਵਿੱਚ, ਉਹਨਾਂ ਸਮਿਆਂ ਦੇ ਵਿੱਚ ਕਿੱਥੋਂ ਤੱਕ ਪ੍ਰਾਪਰਟੀ ਵਿਕੀ ਹੈ। ਇਹ ਤੱਥ ਜਦੋਂ ਸਾਹਮਣੇ ਰੱਖਦੇ ਹਾਂ ਫਿਰ ਮਸਲਾ ਸੁਲਝ ਜਾਂਦਾ। ਅਦਰਵਾਈਜ਼ ਅਸੀਂ ਕਈ ਵਾਰ ਇੰਨਾ ਕੁ ਉਲਝ ਜਾਂਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ। ਮਾਰਕੀਟ ਨੂੰ ਇਕੱਲਾ ਰੀਅਲਟਰ ਵਧਾ ਨਹੀਂ ਸਕਦਾ, ਘਟਾ ਨਹੀਂ ਸਕਦਾ। ਖਰੀਦਣ ਅਤੇ ਵੇਚਣ ਵਾਲੇ ਹੀ ਅਸਲ ਦੇ ਵਿੱਚ ਉਹ ਤੱਤ ਨੇ ਜਿਹੜੇ ਮਾਰਕੀਟ ਨੂੰ ਉੱਪਰ ਜਾਂ ਥੱਲੇ ਲਿਆਉਂਦੇ ਨੇ। ਉਸ ਤੋਂ ਵੱਡੀ ਤੱਥ ਦੀ ਗੱਲ ਹੈ ਕਿ ਗੌਰਮੈਂਟ ਦੀਆਂ ਨੀਤੀਆਂ। ਅਫੋਰਡੇਬਿਲਟੀ ਵਧਾਓ ਤਾਂ ਨੈਚੁਰਲੀ ਕੰਪੀਟੀਸ਼ਨ ਘਟੇਗਾ, ਉਹ ਤਾਂ ਵਧਾਉਂਦੇ ਨਹੀਂ। ਟੈਕਸ ਵਧਾਤਾ, ਟੈਕਸ ਫੇਰ ਵਧੂਗਾ। ਤੁਸੀਂ ਕਿੱਥੋਂ ਕੁ ਤੱਕ ਟੈਕਸ ਵਧਾਈ ਜਾਓਗੇ? ਉਹਦੇ 'ਚ ਜਿਹੜਾ ਬੰਦਾ ਆਮ ਆ ਉਹਨੂੰ ਵੀ ਤੁਸੀਂ ਮਜਬੂਰ ਕਰ ਦਿੱਤਾ, ਉਹ ਕਿੱਧਰ ਨੂੰ ਜਾਏਗਾ? ਜਿਹੜਾ ਸਧਾਰਨ ਬੰਦਾ ਜਦੋਂ ਉਹ ਆਪਣੀ ਕੋਸ਼ਿਸ਼ ਦੇ ਨਾਲ ਕੁਝ ਖਰੀਦਣਾ ਚਾਹੁੰਦਾ, ਉਹਦੇ ਲਈ ਵੀ ਸੰਕਟ ਖੜਾ ਹੋ ਗਿਆ। ਤੁਸੀਂ ਇੱਕ ਨੂੰ ਦਬਦੇ ਦਬਦੇ ਸਾਰਿਆਂ ਨੂੰ ਨਿਪੇੜ ਰਹੇ ਹੋ। ਸੋ ਗੌਰਮੈਂਟ ਦੀਆਂ ਜਿਹੜੀਆਂ ਨੀਤੀਆਂ ਹਨ, ਜਿਵੇਂ ਫੋਰਨ ਬਾਇਰਸ 'ਤੇ ਪਾਬੰਦੀਆਂ ਲਾ ਦਿੱਤੀਆਂ, ਕੁਛ ਹੋਰਾਂ ਚੀਜ਼ਾਂ 'ਤੇ ਲਾਤੀਆਂ, ਆਪਣੇ ਆਪ ਨੂੰ ਬੜੇ ਸਰਾਹ ਰਹੇ ਨੇ। ਉਹਨਾਂ ਦੇ ਵਿੱਚ ਵੀ ਮੈਂ ਦੇਖਦਾ ਓਵਰਆਲ ਕੈਨੇਡਾ ਦਾ ਵਿਕਾਸ ਵੀ ਚਾਹੀਦਾ, ਇੱਥੋਂ ਦੇ ਲੋਕਾਂ ਦੇ ਲੋੜ ਵੀ ਪੂਰੀ ਹੋਣੀ ਚਾਹੀਦੀ ਹੈ। ਪਰ ਉਹਨੂੰ ਇਸ ਤਰ੍ਹਾਂ ਬਣਾਓ ਕਿ ਇੱਕਦਮ ਜਿਹੜਾ ਹੈ ਪਹਿਲਾਂ ਤਾਂ ਤੁਸੀਂ ਥੱਲੇ ਸੁੱਟ ਦਿੰਦੇ ਹੋ ਆਪਣੀ ਪੋਲਿਸੀ ਦੇ ਨਾਲ, ਫਿਰ ਚੱਕ ਦਿੰਦੇ ਹੋ। ਇਹੀ ਜਿਹੜਾ 2-4 ਮਹੀਨੇ ਪਹਿਲਾਂ ਹੌਲੀ ਹੌਲੀ ਸਟੈਪ ਚੱਕੇ ਹੁੰਦੇ ਤਾਂ ਜ਼ਿਆਦਾ ਵਧੀਆ ਸੀ। ਸਥਿਤੀ ਵਿਗਾੜ ਲੈਣੀ ਪੂਰੀ ਤਰ੍ਹਾਂ, ਫਿਰ ਉਸ ਨੂੰ ਸੋਧਣਾ, ਇਹ ਮੈਨੂੰ ਲੱਗਦਾ ਰੀਅਲਟਰ ਦੇ ਹੱਥ ਦੇ ਵਿੱਚ ਨਹੀਂ ਹੈ। ਇਹ ਉਹਨਾਂ ਦੇ ਵਿੱਚ ਹੈ। ਰੀਅਲਟਰ ਦਾ ਇੰਨਾ ਕੁ ਪਾਰਟ ਹੈ ਕਿ ਗੁੰਮਰਾਹ ਨਾ ਕਰੇ, ਜੋ ਦੱਸੇ ਸਹੀ ਦੱਸੇ। ਅੱਜ ਬਾਇਰ ਦੀ ਮਾਰਕੀਟ ਹੈ, ਦੱਸੇ ਕਿ ਤੁਸੀਂ ਵਾਜਬ ਜੇਕਰ ਯੋਗ ਹੋ ਤਾਂ ਲੈ ਲਓ। ਸੈਲਰ ਦੀ ਮਾਰਕੀਟ ਹੈ, ਉਹਦੇ 'ਚ ਵੀ ਦੱਸੇ ਕਿ ਇਸ ਤੋਂ ਵੱਧ ਨਹੀਂ ਵਿਕ ਸਕਦਾ, ਇਸ ਤੋਂ ਜ਼ਿਆਦਾ ਇਹਨੂੰ ਕੰਪੀਟੀਸ਼ਨ ਕ੍ਰੀਏਟ ਕਰਨਾ ਗਲਤ ਹੈ। ਪਰ ਕੰਪੀਟੀਸ਼ਨ ਆਪਣੀ ਪੈਦਾ ਹੋ ਜਾਂਦਾ ਜਦੋਂ ਡਿਮਾਂਡ ਐਂਡ ਸਪਲਾਈ, ਇਹ ਇੱਕ ਮੁੱਖ ਇਕੋਨਮੀ ਦਾ ਰੂਲ ਹੈ। ਇਸ ਦੇ ਵਿੱਚ ਸੰਤੁਲਨ ਵਿਗੜਦਾ ਨਾ ਜਦੋਂ, ਅਤੇ ਫਿਰ ਇਹ ਇਸ ਤਰ੍ਹਾਂ ਮੁਕਾਬਲੇ ਦੀ ਜਿਹੜੀ ਦੌੜ ਹੈ ਸ਼ੁਰੂ ਹੁੰਦੀ ਹੈ। ਧਾਲੀਵਾਲ ਸਾਹਿਬ, ਇੱਕ ਲੋਕ ਇਹ ਕਹਿੰਦੇ ਵੀ ਜਦੋਂ ਤਾਂ ਓਵਰ ਆਸਕਿੰਗ ਤੁਸੀਂ ਵੇਚ ਦਿੰਦੇ ਹੋ ਕਿਸੇ ਦਾ ਘਰ, ਤਾਂ ਉਹ ਦੱਸਦੇ ਆ ਵੀ ਇੰਨਾ ਆਸਕਿੰਗ ਤੋਂ ਉੱਤੇ ਵੇਚ ਦਿੰਦਾ। ਜਦੋਂ ਕਿਸੇ ਦਾ ਆਸਕਿੰਗ ਤੋਂ ਥੱਲੇ ਜਾਂਦਾ, ਉਹਦੀ ਇੰਨੀ ਚਰਚਾ ਜਾਂ ਪ੍ਰਚਾਰ ਨਹੀਂ ਕਰਦੇ ਵੀ ਇਹਨੂੰ ਇੰਨੇ ਦਾ ਲੱਗਿਆ ਸੀ, ਅਸੀਂ ਸਸਤਾ ਲੈ ਦਿੱਤਾ। ਉਹਦੇ 'ਚ ਜਿਹੜਾ ਖਰੀਦ ਕੇ ਲੈ ਕੇ ਦਿੰਦਾ ਉਹ ਤਾਂ ਦੱਸੂਗਾ ਬਈ ਉਹ ਐਡਵਰਟਾਈਜ਼ਮੈਂਟ ਤੁਸੀਂ ਜਦੋਂ ਦੇਖਦੇ ਹੋ, ਰੀਅਲਟਰ ਦੀ ਵੀ ਅਸੀਂ ਦੇਖਦੇ ਹਾਂ, ਜਾਂ ਬਾਇਰ ਵੀ ਗੱਲਾਂ ਬਾਤਾਂ ਕਰਦਾ, ਉਹ ਤਾਂ ਲਿਖਦਾ ਕਿ ਮੈਂ $1,00,000 ਥੱਲੇ ਜਿਹੜਾ ਹੈ ਇਹਨੂੰ ਦਵਾਤਾ ਆਪਣੇ ਬੰਦੇ ਨੂੰ। ਪਰ ਜਦੋਂ ਸੈਲਰ ਨੂੰ ਰਿਪਰੈਜ਼ੈਂਟ ਕਰਦਾ, ਉਹ ਕਹਿੰਦਾ ਮੈਂ $1,00,000 ਉੱਪਰ ਵੇਚਤਾ, ਕਿਉਂਕਿ ਉਹ ਸੈਲਰ ਨੂੰ ਰਿਪਰੈਜ਼ੈਂਟ ਕਰ ਰਿਹਾ, ਦੂਜਾ ਬਾਇਰ ਨੂੰ ਕਰ ਰਿਹਾ। ਪਰ ਮਸਲਾ ਫਿਰ ਇੱਥੇ ਇਹ ਨਹੀਂ ਗਾ ਵੀ ਇਹ ਕਿਹੋ ਜਿਹਾ ਪ੍ਰਚਾਰ ਹੈ। ਮਸਲਾ ਇਹ ਹੈ ਕਿ ਤੱਥਾਂ ਨੂੰ ਸਾਹਮਣੇ ਰੱਖਣਾ ਚਾਹੀਦਾ। ਇੱਕ ਪ੍ਰਾਪਰਟੀ 1.5 ਮਿਲੀਅਨ ਦੀ ਹੈ, ਸੈਲਰ ਇਹ ਕਹਿ ਰਿਹਾ ਕਿ ਮੈਂ 1.5 ਮਿਲੀਅਨ ਤੋਂ ਉੱਤੇ ਲੈਣਾ, ਅਤੇ ਉਸ ਵੇਲੇ ਉਹ ਕਹਿੰਦਾ ਵੀ ਮੈਂ ਤੈਨੂੰ ਤਜਵੀਜ਼ ਆ ਤੇਰੇ ਅੱਗੇ ਪੇਸ਼ ਕਰਦਾ ਕਿ ਤੂੰ ਇਸ ਦੀ ਲਿਸਟਿੰਗ ਕਰ ਮਿਲੀਅਨ ਤੋਂ ਥੱਲੇ। ਹੁਣ ਮਿਲੀਅਨ ਤੋਂ ਥੱਲੇ ਲਿਸਟ ਕਰਤਾ ਅਤੇ 1.5 ਮਿਲੀਅਨ ਤੋਂ ਉੱਪਰ ਵਿਕ ਗਿਆ, ਅਤੇ ਹੁਣ ਕੋਈ ਛਾਲਾ ਮਾਰੀ ਜਾਏ ਕਿ 5 ਲੱਖ ਉੱਪਰ ਵੇਚਤਾ। 5 ਲੱਖ ਉੱਪਰ ਨਹੀਂ ਵੇਚਿਆ, ਉਹਦੀ ਕੀਮਤ ਉਸ ਜਾਇਜ਼ ਸੀ। ਉਹਨੇ ਕੰਪੀਟੀਸ਼ਨ ਕ੍ਰੀਏਟ ਕਰ ਦਿੱਤਾ, ਲੋਕ ਇੱਕ ਦੂਜੇ ਤੋਂ ਅੱਗੇ ਹੋ ਕੇ ਟੁੱਟ ਪਏ। ਹਾਂ ਜ਼ਰੂਰ 20-50 ਹਜ਼ਾਰ ਦਾ ਫਰਕ ਪੈ ਜਾਂਦਾ ਕਈ ਵਾਰ, ਕਿਉਂਕਿ ਇੱਕ ਦੂਜੇ ਦੇ ਮੁਕਾਬਲੇ ਦੇ ਵਿੱਚ ਆ ਗਏ। ਪਰ ਦੂਸਰੇ ਪਾਸੇ 1.5 ਮਿਲੀਅਨ ਨੂੰ ਉਹ ਬੰਦਾ ਲਾਈ ਬੈਠਾ 1.89 ਦਾ, 18-19 ਦਾ, ਅਤੇ ਮੁੜ ਕੇ ਝਾਕੀ ਜਾਂਦਾ ਕੋਈ ਆਇਆ ਨਹੀਂ। ਆਉਣਾ ਕਿੱਥੋਂ ਆ? ਮਾਰਕੀਟ ਤਾਂ ਦੇਖੋ ਨਾ ਤੁਸੀਂ। ਇੱਥੇ ਸਮੱਸਿਆ ਇਹ ਹੈ ਕਿ ਓਵਰ ਪ੍ਰਾਈਸ ਨਹੀਂ, ਗੱਲ ਇਹ ਹੈ ਕਿ ਐਕਚੁਅਲ ਕੀਮਤ ਉਸ ਏਰੀਏ ਦੀ,
ਉਸ ਸਮੇਂ ਦੇ ਵਿੱਚ ਉਸ ਪ੍ਰਾਪਰਟੀ ਦੀ ਉਹਦਾ ਕਵਰਡ ਏਰੀਆ, ਉਹਦਾ ਲੋਟ ਸਾਈਜ਼, ਉਹਦੀ ਡਿਵੈਲਪਮੈਂਟ ਪੋਟੈਂਸ਼ੀਅਲ, ਉਹਦੇ ਬਹੁਪੱਖੀ ਪਸਾਰ ਕਿਹੋ ਜਿਹੇ ਨੇ, ਸਾਨੂੰ ਉਹਦਾ ਨਹੀਂ ਪਤਾ ਲੱਗਦਾ। ਸਾਨੂੰ ਇਉਂ ਲੱਗਦਾ ਵੀ ਆਹ 5 ਲੱਖ ਉੱਪਰ ਵਿਕ ਗਿਆ, ਇਹ 2 ਲੱਖ ਥੱਲੇ ਵਿਕਿਆ। ਉਹਨੇ ਪਹਿਲਾਂ ਹੀ ਮਹਿੰਗਾ ਲਾਇਆ ਸੀ, ਥੱਲੇ ਵਿਕਣਾ ਸੀ। ਆਖਰੀ ਸਵਾਲ ਡਾਕਟਰ ਸਾਹਿਬ, 0.25 ਇੰਟਰਸਟ ਰੇਟ ਪਹਿਲਾਂ ਵੱਧ ਗਿਆ, 0.5 ਫੇਰ ਵੱਧ ਗਿਆ, ਹੁਣ ਕਹਿੰਦੇ ਫੇਰ ਵੱਧ ਜਾਣਾ। ਕੱਲ੍ਹ ਅਸੀਂ ਗੱਲਬਾਤ ਕਰ ਰਹੇ ਸੀ ਕੁਲਦੀਪ ਸਿੰਘ ਸਿੱਧੂ ਹੁਣਾਂ ਨਾਲ, ਉਹਨਾਂ ਨੇ ਇਹ ਗੱਲ ਦੱਸੀ ਆ। ਇਹਦੇ ਕਰਕੇ ਜੇ ਮਾਰਕੀਟ ਸਲੋ ਹੋਈ ਆ, ਤੇ ਜੇ ਹੋਰ ਵੱਧ ਜਾਂਦਾ ਤਾਂ ਇਹਦੇ ਕਰਕੇ ਹੋਰ ਸਲੋ ਹੋਊਗੀ ਜੀ, ਫਿਰ ਹੋ ਸਕਦੀ ਹੈ। ਇੱਕ ਤੱਥ ਜ਼ਰੂਰ ਹੈ, ਪਰ ਸਾਰਾ ਕੁਝ ਨਹੀਂ ਹੈ। ਇਹਦੇ ਨਾਲ ਅਸੀਂ ਬੇਸ਼ੱਕ ਕਹਿ ਸਕਦੇ ਹਾਂ ਕਿ ਜਦੋਂ ਇੰਟਰਸਟ ਰੇਟ ਵੱਧਦਾ, ਆਮ ਬੰਦਿਆਂ ਦੇ ਵਿੱਚ ਇੱਕ ਖੌਫ ਪੈਦਾ ਹੁੰਦਾ, ਪਰ ਦੂਸਰੇ ਪਾਸੇ ਇਹ ਹੈ ਕਿ ਇਸ ਤੋਂ ਪਹਿਲਾਂ ਇੰਟਰਸਟ ਰੇਟ ਪਹਿਲਾਂ ਹੀ ਜ਼ਿਆਦਾ ਰਹੇ ਆ, ਪਹਿਲਾਂ ਘਟਿਆ ਕਿੰਨਾ ਇਹ, ਜੇ ਹੁਣ ਵੱਧ ਵੀ ਜਾਂਦਾ ਫਿਰ ਵੀ ਉਸ ਮੁਕਾਬਲੇ ਇਹ ਉਨਾ ਨਹੀਂ ਹੈ। ਸੋ ਜਿਹੜੇ ਲੋੜਵੰਦ ਆ ਉਹਨਾਂ ਨੇ ਤਾਂ ਲੈਣੀਆਂ ਪ੍ਰਾਪਰਟੀਆਂ। ਜਿਹੜੇ ਇਨਵੈਸਟਰ ਆ, ਜਿਹੜੇ ਨਿਵੇਸ਼ ਕਰਦੇ ਆ, ਜਿਨ੍ਹਾਂ ਨੂੰ ਇਹ ਹੁੰਦਾ ਕਿ ਅਸੀਂ ਪੈਸੇ ਬਣਾਉਣੇ ਆ, ਉਹਨਾਂ ਦੀ ਗਿਣਤੀ 'ਚ ਕਮੀ ਆਈ ਹੈ। ਉਹ ਯਕੀਨਨ ਤੌਰ 'ਤੇ ਦੇਖਣਗੇ ਜੇ ਕੀਮਤਾਂ ਬਹੁਤ ਥੱਲੇ ਗਈਆਂ, ਫਿਰ ਉਹਨਾਂ ਨੂੰ ਇੰਨਾ ਇੰਟਰਸਟ ਰੇਟ ਜਿਹੜਾ ਹੈ ਉਹ ਬਹੁਤਾ ਪ੍ਰਭਾਵਿਤ ਨਹੀਂ ਕਰੇਗਾ, ਪਰ ਜੇ ਕੀਮਤਾਂ ਉੱਥੇ ਹੀ ਖੜੀਆਂ ਫਿਰ ਉਹ ਰੁਕ ਜਾਣਗੇ। ਸੋ ਜਾਪਦਾ ਇਹ ਹੈ ਕਿ ਦੋਨੇ ਚੀਜ਼ਾਂ ਦੇ ਵਿੱਚੋਂ ਇਹ ਤੱਥ ਪ੍ਰਭਾਵਿਤ ਜ਼ਰੂਰ ਕਰੇਗਾ, ਪਰ ਇੰਨਾ ਵੱਡਾ ਨਹੀਂ ਕਿ ਮਾਰਕੀਟ ਨੂੰ ਇਹ ਬਿਲਕੁਲ ਡਾਮਾਡੋਲ ਕਰ ਦੇਵੇ। ਇੱਕੋ ਹੀ ਸੁਨੇਹਾ ਇਹ ਹੁੰਦਾ ਹੈ ਕਿ ਸੁਲਝੇ ਢੰਗ ਦੇ ਨਾਲ ਪ੍ਰਾਪਰਟੀ ਖਰੀਦਣ ਵੇਲੇ ਕਾਹਲੀ ਨਾ ਕਰਿਓ, ਪਰ ਜੇ ਪ੍ਰਾਪਰਟੀ ਦੀ ਕੀਮਤ ਸੱਚਮੁੱਚ ਅੰਡਰ ਦਾ ਪ੍ਰਾਈਸ ਹੈ ਤੇ ਉਹਦੇ ਬਾਰੇ ਫੈਸਲਾ ਕਰਕੇ ਤੁਸੀਂ ਲੈਂਦੇ ਹੋ ਤੇ ਉਸ ਦੇ ਵਿੱਚ ਫਾਇਦੇ 'ਚ ਰਹਿੰਦੇ ਆ, ਕਿਉਂਕਿ ਸਦਾ ਇਸ ਤਰ੍ਹਾਂ ਨਹੀਂ ਰਹਿੰਦਾ। ਜੇ ਅੱਜ ਥੱਲੇ ਆਈਆਂ ਕੱਲ੍ਹ ਉੱਪਰ ਜਾਣਗੀਆਂ, ਕੱਲ੍ਹ ਉੱਪਰ ਸੀ ਅੱਜ ਹੇਠਾਂ ਨਹੀਂ। ਸੋ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਅਸੀਂ ਡਾਕਟਰ ਗੁਰਿੰਦਰ ਸਿੰਘ ਧਾਲੀਵਾਲ ਹੋਣ ਨਾਲ ਗੱਲਬਾਤ ਕੀਤੀ ਹੈ। ਕੋਈ ਵੀ ਮਸਲਾ ਹੋਵੇ ਇਹਨਾਂ ਤੋਂ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਫ਼ੋਨ ਨੰਬਰ ਸਕਰੀਨ ਦੇ ਉੱਤੇ ਆ। ਘਰਾਂ ਦੀ ਮਾਰਕੀਟ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਆ, ਅਤੇ ਸਾਡੀ ਕੋਸ਼ਿਸ਼ ਇਹੀ ਆ ਕਿ ਤੁਹਾਨੂੰ ਇੱਕ ਓਥੈਂਟਿਕ ਇਨਫੋਰਮੇਸ਼ਨ ਦੇ ਸਕੀਏ, ਇੱਕ ਸਹੀ ਤਸਵੀਰ ਮਾਰਕੀਟ ਦੀ ਤੁਹਾਡੇ ਤੱਕ ਪਹੁੰਚਾ ਸਕੀਏ, ਜਿਹਦੇ ਤੋਂ ਤੁਸੀਂ ਆਪਣਾ ਅੰਦਾਜ਼ਾ ਲਾ ਸਕੋ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।